जो बुलावै है त्यों बोलै स्वामी, कुदरत कवन हमारी। साध संग नानक जस गायो, जो प्रभ की अत प्यारी। तेरे कवन कवन गुण कह कह गावा, तू साहिब गुनी निधाना। तुमरी महिमा बरन न साको, तू ठाकुर ऊच भगवन। टल गुर सेवियै, अहनस सहज सुभाए। दर्शन परसियै गुरु के, जन्म मरण दुख जाए। सिफत खसमदी नूर अरसों कुरसों चटियै। तुध डिठे सच्चे पातशाह, मल जन्म जन्म दी कटियै। सच्चे पातशाह, मल जन्म जन्म दी कटियै। सतनाम श्री वाहिगुरु साहिब जीओ। तनासरी बाणी भगतां की धन्ना, गोपाल तेरा आरता। जो जन तुमरी भगत करंते, तिनके काज सवारता। रहाओ दाल सीधा मांगो कियो, हमरा खुशी करे नित जियो। पनिया छादन निका, अनाज मंगो सत सीका। गोपाल तेरा आरता, जो जन तुमरी भगत करंते, तिनके काज सवारता। वाहिगुरु जी का खालसा, वाहिगुरु जी की फतेह। सतगुरां दी साजी नवाजी गुरु की संगत। सतगुरां ने किरपा कीती है, जो अमृत वेले दे सुभागे समय बख्शिश कीते। आप संगतां गुरु की बाणी पढ़न वास्ते, सरवण करन वास्ते गुरु दरबार विच प्राप्त होए। सतगुरु जी इस वेले आपां नूं लड़ीवार गुरबाणी दे अंदर सो ਵੱਖ-ਵੱਖ भगतां दी रसना तो महाराज साहब जी जो पावन पवित्र उपदेश है वो बख्शिश करदे, तां कि सानू परमात्मा दे नाम दी उस दी बख्शिश जिहड़ी है वो प्राप्त हो जावे। असी इस मनुखा जन्म नूं सफला कर लईए। ऐसियां दातां बख्शिश करदियां होयां महाराज जी अमृत वेले ये जो सानू उपदेश है ये बख्शिश करदे ने। आओ कुछ समय अपने मन नूं टका के सतगुरां दी अमृत बाणी नूं सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। तनासरी बाणी भगतां की धन्ना। तनासरी राग दा नाम है। भगतां विचों भगत धन्ना जी, जो कि भगत ने 15 भगतां विचों एक, उन्हां दा ये शब्द आपां नूं तनासरी राग दे विच प्राप्त हो रिहा।
ਸੋ ਭਗਤ ਧੰਨਾ ਜੀਆਂ ਦਾ ਇੱਥੇ ਇੱਕ ਸ਼ਬਦ ਹੀ ਇਸ ਰਾਗ ਦੇ ਵਿੱਚ ਸਾਨੂੰ ਪ੍ਰਾਪਤ ਹੋਵੇਗਾ। ਸੋ ਰਾਜਸਥਾਨ ਦੇ ਇਲਾਕੇ ਦੇ ਰਹਿਣ ਵਾਲੇ ਨੇ ਭਗਤ ਧੰਨਾ ਜੀ। ਸੋ ਉਹਨਾਂ ਦੀ ਰਸਨਾ ਤੋਂ ਮਹਾਰਾਜ ਸਾਹਿਬ ਜੀ ਇਹ ਜੋ ਉਪਦੇਸ਼ ਹੈ ਉਹ ਸਾਨੂੰ ਬਖਸ਼ਿਸ਼ ਕਰਦੇ ਨੇ। ਭਗਤ ਧੰਨਾ ਜੀਆਂ ਦੀ ਇਹ ਪਵਿੱਤਰ ਬਾਣੀ ਹੈ। 695 ਅੰਗ ਦੇ ਉੱਪਰ ਇਹ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੰਕਿਤ ਕੀਤਾ ਹੈ। ਭਗਤ ਧੰਨਾ ਜੀ ਬਖਸ਼ਿਸ਼ ਕਰਦੇ ਹਨ। ਗੋਪਾਲ ਤੇਰਾ ਆਰਤਾ। ਇੱਕ ਵੇਲੀ ਭਗਵਾਨ ਜੀਆਂ ਦਾ ਦਰਸ਼ਨ ਹੋਇਆ ਭਗਤ ਧੰਨਾ ਜੀਆਂ। ਸੋ ਗੁਰਮੁਖ ਹੋਏ ਜਿਹੜੇ ਭਗਤ ਨੇ ਨਾ, ਇਹ ਪ੍ਰਮਾਤਮਾ ਦੇ ਦਰ ਤੇ ਪਹੁੰਚੇ ਹੋਏ। ਐਸੀ ਪ੍ਰਾਪਤੀ ਹੈ ਕਿ ਜਦ ਚਾਹਣ ਪ੍ਰਮਾਤਮਾ ਦੇ ਨਾਲ ਬਚਨ ਬਿਲਾਸ ਕਰ ਲੈਂਦੇ। ਜਿਵੇਂ ਬਚਨ ਆਉਂਦਾ ਨਾ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ, ਵੀ ਪ੍ਰਮਾਤਮਾ ਭਗਤਾਂ ਦੇ ਮਗਰ ਮਗਰ ਤੁਰਿਆ ਫਿਰਦਾ, ਜਿਵੇਂ ਮਾਂ ਬੱਚੇ ਮਗਰ ਤੁਰੀ ਫਿਰਦੀ ਹੈ। ਐਸਾ ਉਸ ਨੂੰ ਪ੍ਰੇਮ ਆ ਜਾਂਦਾ, ਐਸਾ ਉਸ ਨੂੰ ਲਾਡ ਪੈਦਾ ਹੋ ਜਾਂਦਾ। ਸੋ ਇੱਕ ਵਾਰੀ ਪਰਮਾਤਮਾ ਨੇ, ਭਗਵਾਨ ਜੀਆਂ ਨੇ ਆਖਿਆ ਧੰਨਾ ਭਗਤ ਨੂੰ, ਕਹਿਣ ਲੱਗੇ ਧੰਨਾ ਜੀ ਬਾਕੀ ਭਗਤਾਂ ਨੇ ਆਰਤੀ ਉਚਾਰੀ ਹੈ, ਆਰਤੀ ਦੇ ਸ਼ਬਦ ਉਚਾਰੇ ਨੇ, ਮਹਿਮਾ ਕੀਤੀ ਹੈ, ਤੁਸੀਂ ਕੋਈ ਇਹ ਮਹਿਮਾ ਦਾ ਬਚਨ ਨਹੀਂ ਕੀਤਾ, ਕੋਈ ਆਰਤੀ ਵਗੈਰਾ ਤੁਸੀਂ ਨਹੀਂ ਉਚਾਰੀ, ਕੋਈ ਸ਼ਬਦ ਨਹੀਂ ਆਖਿਆ। ਸੋ ਜਦੋਂ ਇਹ ਬਚਨ ਸੁਨੇ ਭਗਤ ਧੰਨਾ ਜੀ ਉਸ ਵੇਲੇ ਕਹਿਣ ਲੱਗੇ ਗੋਪਾਲ, ਗੋਪਾਲ ਨਾਮ ਗੁਰਮੁਖੋ ਧਰਤੀ ਨੂੰ ਪਾਲਣ ਵਾਲਾ। ਗੋ ਨਾਮ ਧਰਤੀ ਦਾ ਹੀ ਹੈ, ਪਾਲ ਪਾਲਣਾ ਜਿਹੜਾ ਧਰਤੀ ਨੂੰ ਪਾਲਦਾ ਪਿਆ। ਇੱਥੇ ਆਰਤੀ ਕਿਸੇ ਵਿਅਕਤੀ ਦੀ ਨਹੀਂ ਕੀਤੀ ਹੈ, ਕਿਸੇ ਰਾਜੇ ਦੀ, ਮਹਾਰਾਜੇ ਦੀ, ਸਰੀਰ ਲੈ ਕੇ ਆਉਣ ਵਾਲਾ, ਮਰ ਕੇ ਜਾਣ ਵਾਲਾ, ਐਸੇ ਵਿਅਕਤੀ ਦੀ ਆਰਤੀ ਨਹੀਂ। ਇੱਥੇ ਆਰਤੀ ਉਹਦੀ ਹੋਣੀ ਹੈ ਜਿਹੜਾ ਗੋਪਾਲ ਹੈ, ਜਿਹੜਾ ਧਰਤੀ ਨੂੰ ਪਾਲਣ ਵਾਲਾ ਹੈ। ਗੋਪਾਲ ਦਾ ਦੂਜਾ ਅਰਥ ਵੀ ਕਰਦੇ ਨੇ, ਗੋ ਨਾਮ ਇੰਦਰੀਆਂ ਦਾ ਹੈ ਅਤੇ ਪਾਲ ਨਾਮ ਪਾਲਦਾ, ਜਿਹੜਾ ਸਾਡੀਆਂ ਅੱਖਾਂ ਨੂੰ ਖੁਰਾਕ ਦਿੰਦਾ ਪਿਆ, ਸਾਡੀਆਂ ਅੱਖਾਂ ਦੇਖਦੀਆਂ ਪਈਆਂ, ਜਿਹੜਾ ਸਾਡੇ ਪੈਰਾਂ ਨੂੰ ਤਾਕਤ ਦਿੰਦਾ ਪਿਆ, ਚੱਲਦੇ ਪਏ, ਹੱਥਾਂ ਨੂੰ ਤਾਕਤ ਦਿੰਦਾ, ਕੰਮ ਕਰਦੇ ਪਏ, ਜਿਹੜਾ ਸਾਡੇ ਸਰੀਰ ਦੇ ਸਾਰੇ ਅੰਗਾਂ ਨੂੰ ਤਾਕਤ ਦੇ ਰਿਹਾ, ਜ਼ੋਰ ਦੇ ਰਿਹਾ। ਸੋ ਉਹਨੂੰ ਕਿਹਾ ਜਾਂਦਾ ਗੋਪਾਲ। ਭਗਤ ਧੰਨਾ ਜੀ ਕਹਿਣ ਲੱਗੇ ਆ ਗੋਪਾਲ ਮੇਰੇ ਸਰੀਰ ਨੂੰ ਤਾਕਤ ਦੇਣ ਵਾਲੇ, ਇਹ ਸਾਰੀ ਧਰਤੀ ਨੂੰ ਪਾਲਣ ਵਾਲੇ, ਜੇ ਦੂਜੇ ਭਗਤ ਆਰਤੀ ਕਰਦੇ ਅਸੀਂ ਤੇਰਾ ਆਰਤਾ ਕਰਾਂਗੇ, ਉਹਨਾਂ ਨਾਲੋਂ ਵੀ ਵੱਡਾ ਹੀ ਕਰਾਂਗੇ। ਕਿਉਂਕਿ ਭਗਤ ਧੰਨਾ ਜੀ ਜੱਟ ਜਾਤੀ ਨਾਲ ਸੰਬੰਧ ਰੱਖਦੇ ਨਾ, ਜੱਟ ਨੇ, ਤੇ ਉਹ ਫਿਰ ਜੱਟਾਂ ਵਾਲੇ ਬਚਨ ਕਹਿਣ ਲੱਗੇ ਕੀ ਹੋਇਆ, ਉਹਨਾਂ ਨੇ ਆਰਤੀ ਕੀਤੀ, ਆਪਾਂ ਆਰਤਾ ਕਰਦੇ। ਗੋਪਾਲ ਤੇਰਾ ਆਰਤਾ, ਅਸੀਂ ਤੇਰਾ ਆਰਤਾ ਕਰਾਂਗੇ। ਇਹਨਾਂ ਬਚਨ ਕਰਕੇ ਨਾ ਭਗਤ ਜੀ ਚੁੱਪ ਕਰ ਗਏ, ਰੁਕ ਗਏ। ਫਿਰ ਅੱਗੇ ਉਸ ਵੇਲੇ ਬਚਨ ਕੋਈ ਨਹੀਂ ਆਖਿਆ, ਕੇਵਲ ਇੰਨਾ ਬਚਨ ਆਖਦੇ ਹਨ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਸ ਵੇਲੇ ਭਗਵਾਨ ਜੀ ਨੇ ਪੁੱਛਿਆ, ਕਹਿਣ ਲੱਗੇ ਵੀ ਧੰਨਾ ਜੀ ਤੁਸੀਂ ਚੁੱਪ ਕਰ ਗਏ, ਕੇਵਲ ਏਡਾ ਕੋਈ ਆਰਤਾ ਉਚਾਰਨਾ ਵੀ ਕੋਈ ਪੰਕਤੀ ਉਚਾਰੀ ਹੈ, ਗੋਪਾਲ ਤੇਰਾ ਆਰਤਾ, ਇੰਨੀ ਗੱਲ ਕਹਿ ਕੇ ਚੁੱਪ ਕਰ ਗਏ, ਇਹ ਤੋਂ ਅੱਗੇ ਕਿਉਂ ਨਹੀਂ ਬਚਨ ਕੋਈ ਆਖਿਆ। ਉਸ ਵੇਲੇ ਭਗਤ ਜੀ ਸੋਚ ਕੇ ਕਹਿਣ ਲੱਗੇ, ਕਹਿੰਦੇ ਭਗਵਾਨ ਜੀ ਮੈਂ ਇਹ ਸੋਚਦਾ ਪਿਆ ਜਿਹੜੇ ਲੋਕ ਤੇਰੀ ਭਗਤੀ ਕਰਦੇ ਨੇ, ਨਾਮ ਜਪਦੇ ਨੇ, ਤੁਸੀਂ ਉਹਨਾਂ ਦੇ ਕਾਰਜਾਂ ਨੂੰ ਸਵਾਰ ਦਿੰਦੇ ਹੋ, ਬਣਾ ਦਿੰਦੇ ਹੋ, ਵਿਗੜਿਆਂ ਨੂੰ ਵੀ ਠੀਕ ਕਰ ਦਿੰਦੇ ਹੋ। ਜੋ ਜਨ ਤੁਮਰੀ ਭਗਤ ਕਰਨ ਤੇ, ਦੁਨੀਆ ਵਿੱਚ ਜਿਹੜੇ ਤੇਰੇ ਭਗਤੀ ਕਰਨ ਵਿੱਚ ਲੱਗੇ ਹੋਏ ਨੇ, ਤਿਨਕੇ ਕਾਜ ਸਵਾਰਤਾ, ਉਹਨਾਂ ਦੇ ਕੰਮ ਭਾਵੇਂ ਵਿਗੜੇ ਵੀ ਹੋਣ ਜਾਂ ਨਾ ਹੋਣੇ ਹੋਣ, ਉਹ ਵੀ ਤੁਸੀਂ ਕਰ ਦਿੰਦੇ ਹੋ, ਪਰ ਹੁੰਦੇ ਉਹਨਾਂ ਦੇ ਜਿਹੜੇ ਤੇਰੇ ਭਗਤੀ ਵਿੱਚ ਲੱਗੇ ਹੋਏ। ਸੋ ਐਸਾ ਪ੍ਰੇਮ ਹੈ ਭਗਤਾਂ ਦਾ ਤੇ ਪਰਮਾਤਮਾ ਦੇ ਨਾਲ, ਸਿੱਧੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਕਰ ਲੈਂਦੇ। ਤਾਂ ਹੀ ਭਗਤਾਂ ਨੇ ਆਖਿਆ ਨਾ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਸੋ ਪ੍ਰਭ ਜਾਣੈ। ਬਚਨ ਆਉਂਦਾ ਨਾ, ਕਹਿਣ ਲੱਗੇ ਸਾਡੇ ਮਨ ਨੂੰ ਪ੍ਰੇਮ ਰੂਪੀ ਤੀਰ ਲੱਗਾ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਬੜੇ ਸੋਹਣੇ ਬਚਨ ਲਿਖੇ, ਕਹਿਣ ਲੱਗੇ ਗੁਰਮੁਖੋ ਅਗਨ ਜਰਤ ਜਲ ਬੂੜਤ ਸਰਪ ਗਰਸੈ,
ਜਿਹੜੀ ਅੱਗ ਹੈ ਨਾ, ਜੇ ਕਿਸੇ ਨੂੰ ਸਾੜ ਲਵੇ ਉਹਨੂੰ ਬੜਾ ਦੁੱਖ ਹੁੰਦਾ। ਵਿਦਵਾਨਾਂ ਨੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਨਾ ਸਰੀਰ ਦਾ ਕਸ਼ਟ, ਉਹ ਚਮੜੀ ਦੇ ਸੜ ਜਾਣ ਦਾ ਲਿਖਿਆ। ਚਮੜੀ ਸੜ ਜਾਵੇ ਸਭ ਤੋਂ ਜ਼ਿਆਦਾ ਦਰਦ ਹੁੰਦਾ, ਪੀੜਾ ਹੁੰਦੀ ਹੈ। ਕਹਿਣ ਲੱਗੇ ਅਗਨ ਜਰਤ, ਸਰੀਰ ਅੱਗ ਵਿੱਚ ਭਾਵੇਂ ਸੜ ਜਾਵੇ। ਤੇ ਦੂਜਾ ਬਚਨ ਉਹਨਾਂ ਨੇ ਵਰਤਿਆ, ਕਹਿਣ ਲੱਗੇ ਜਲ ਬੂੜਤ, ਜਾਂ ਬੰਦਾ ਸਮੁੰਦਰ ਵਿੱਚ, ਨਹਿਰ ਵਿੱਚ, ਦਰਿਆ ਵਿੱਚ ਡੁੱਬ ਜਾਵੇ, ਇਹ ਵੀ ਵੱਡਾ ਇੱਕ ਦੁੱਖ ਹੈ। ਭਾਵੇਂ ਕਿ ਬੰਦਾ ਗੁੱਸੇ ਵਿੱਚ ਆ ਕੇ ਕੋਈ ਇਹੋ ਜਿਹਾ ਫੈਸਲਾ ਲੈ ਲੈਂਦਾ ਵੀ ਮੈਂ ਆਤਮ ਹੱਤਿਆ ਕਰਨੀ ਹੈ, ਗੁੱਸੇ ਵਿੱਚ ਆ ਕੇ ਨਹਿਰ ਵਿੱਚ ਛਾਲ ਵੀ ਮਾਰ ਦਿੰਦਾ, ਪਰ ਛਾਲ ਮਾਰਨ ਤੋਂ ਬਾਅਦ ਵਿੱਚ ਫਿਰ ਉਹ ਯਤਨ ਕਰਦਾ ਵੀ ਹੁਣ ਮੈਂ ਬਚ ਜਾਵਾਂ, ਹੱਥ ਪੈਰ ਵੀ ਮਾਰਦਾ, ਇੱਧਰ ਉੱਧਰ ਹੱਥ ਫੜਦਾ ਫੜਾਉਂਦਾ ਵੀ ਇਹ ਬਚ ਜਾਵਾਂ। ਕਹਿਣ ਲੱਗੇ ਡੁੱਬਣ ਦਾ ਦੁੱਖ ਪਾਣੀ ਦੇ ਵਿੱਚ ਜਾ ਕੇ ਪਤਾ ਲੱਗਾ ਵੀ ਡੁੱਬਣ ਦਾ ਦੁੱਖ ਕੀ ਹੁੰਦਾ। ਮਹਾਰਾਜ ਕਹਿਣ ਲੱਗੇ ਅਗਨ ਜਰਤ ਜਲ ਬੂੜਤ ਸਰਪ ਗਰਸੈ, ਭਾਵੇਂ ਕੋਈ ਅੱਗ ਵਿੱਚ ਸਾੜੇ, ਭਾਵੇਂ ਕੋਈ ਪਾਣੀ ਵੀ ਡੁੱਬੇ, ਤੇ ਭਾਵੇਂ ਕਿਸੇ ਨੂੰ ਸੱਪ ਜਿਹੜਾ ਹੈ ਨਾ ਉਹ ਕਿਸੇ ਨੂੰ ਡੰਗ ਲਵੇ। ਸੱਪ ਦੇ ਡੰਗਣ ਦਾ ਵੀ ਦੁੱਖ ਹੈ। ਜ਼ਹਿਰ ਸਰੀਰ ਨੂੰ ਚੜ੍ਹਦਾ, ਜਿਵੇਂ ਜਿਵੇਂ ਜ਼ਹਿਰ ਚੜ੍ਹਦਾ ਉਵੇਂ ਉਵੇਂ ਅੰਗ ਜਿਹੜੇ ਨੇ ਉਹ ਕੰਮ ਕਰਨੋਂ ਹਟਦੇ ਜਾਂਦੇ, ਬੜੀ ਦਰਦ ਹੈ, ਜ਼ਹਿਰ ਚੜ੍ਹ ਜਾਂਦਾ, ਤੜਫ ਕੇ ਮਰਦਾ ਹੈ। ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਇਹ ਮਰਨਾ ਲਿਖਿਆ ਦੁਨੀਆ ਵਿੱਚ ਵੀ ਇਸ ਤਰ੍ਹਾਂ ਮਰਿਆ ਜਾ ਸਕਦਾ। ਤੇ ਜਾਂ ਫਿਰ ਕਹਿਣ ਲੱਗੇ ਸ਼ਸਤਰ ਲੈ ਆਓ, ਕੋਈ ਕੁਹਾੜੀ, ਕੋਈ ਕੁਹਾੜਾ, ਕੋਈ ਆਰੀ, ਕੋਈ ਟਾਕੂਆ, ਕੋਈ ਤਲਵਾਰ, ਕੋਈ ਛੁਰੀ, ਕੋਈ ਕਰਦ, ਕੋਈ ਚਾਕੂ ਵਗੈਰਾ, ਉਹਦੇ ਨਾਲ ਵੀ ਸਰੀਰ ਦੀਆਂ ਬੋਟੀਆਂ ਕੱਢੀਆਂ ਜਾ ਸਕਦੀਆਂ, ਉਹਦੇ ਨਾਲ ਵੀ ਸਰੀਰ ਵੱਢਿਆ ਜਾ ਸਕਦਾ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਜਿਹੜਾ ਸੀ ਉਹ ਜਮੂਰਾਂ ਦੇ ਨਾਲ, ਜਿਹੜਾ ਮੋਚੀ ਹੁੰਦਾ ਨਾ ਜੁੱਤੀ ਬਣਾਉਂਦਾ, ਜੁੱਤੀ ਵਿੱਚੋਂ ਕਿੱਲ ਕੱਢਦਾ ਖਿੱਚ ਖਿੱਚ ਕੇ ਬਾਹਰ, ਆਪਣੇ ਔਜ਼ਾਰ ਦੇ ਨਾਲ ਵਧੇ ਘਟੇ ਚਮੜੇ ਨੂੰ ਕੱਟਦਾ ਜਾਂ ਪੱਟਦਾ ਹੈ, ਉਹ ਯਾਰ ਨੂੰ ਕਹਿਣ ਲੱਗੇ ਜਮੂਰ ਕਿਹਾ ਜਾਂਦਾ ਵੀ ਉਹਦੇ ਨਾਲ ਮਾਸ ਖਿੱਚਿਆ ਗਿਆ, ਪੱਟਿਆ ਗਿਆ, ਬੋਟੀਆਂ ਕੱਢੀਆਂ ਗਈਆਂ। ਰੋ ਵਿਚਾਰ ਕਹਿਣ ਲੱਗੇ ਵੀ ਰੋਮ ਰੋਮ ਵਿੱਚ ਪੀੜਾ ਹੋਵੇ, ਇਹੋ ਜਿਹੇ ਸ਼ਸਤਰਾਂ ਦੇ ਨਾਲ ਸਰੀਰ ਕੱਟਿਆ ਜਾਵੇ, ਦੁੱਖ ਦਿੱਤਾ ਜਾਵੇ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਪੀੜਾ ਅਨੇਕ ਤਰ੍ਹਾਂ ਦੀਆਂ ਹੋਣ, ਉਹਨਾਂ ਪੀੜਾਂ ਦਾ ਦੁੱਖ ਵੀ ਅਨੇਕ ਤਰ੍ਹਾਂ ਦਾ ਹੋਵੇ, ਜਿਹੜਾ ਗਿਣਿਆ ਨਾ ਜਾਵੇ। ਤੇ ਦੋ ਚਾਰ ਹੀ ਦੁੱਖ ਗਿਣੇ ਵੀ ਅੱਗ ਵਿੱਚ ਸੜੇ, ਪਾਣੀ ਵਿੱਚ ਡੁੱਬੇ, ਸੱਪ ਡੰਗ ਲਵੇ, ਜਾਂ ਛੁਰੀ ਕਰਦ ਨਾਲ ਆਪਣੇ ਆਪ ਦੀਆਂ ਬੋਟੀਆਂ ਕਢਾ ਦੇਵੇ, ਤੇ ਦੋ ਚਾਰ ਹੀ ਗਿਣੇ ਨਾ ਦੁੱਖ। ਕਹਿਣ ਲੱਗੇ ਇਹੋ ਜਿਹਾ ਕਈ ਦੁੱਖ ਹੋਣ ਜਿਹੜੇ ਗਿਣੇ ਹੀ ਨਾ ਜਾਣ। ਦੁਨੀਆ ਨੂੰ ਕਈ ਤਰ੍ਹਾਂ ਦੇ ਦੁੱਖ ਲੱਗੇ ਹੋਏ ਨਾ। ਗ੍ਰੀਖਮ ਔਰ ਸੀਤ ਬਰਖ ਮਾਹੇ ਨਿਸਪਰਾਤ ਹੈ। ਹੁਣ ਗੁਰਮੁਖੋ ਧੁੱਪ ਦੇ ਵਿੱਚ, ਗਰਮੀ ਦੇ ਵਿੱਚ ਕਿਤੇ ਬਾਹਰ ਸੜਨਾ ਪਵੇ, ਤੱਤੀ ਥਾਂ 'ਤੇ ਬਹਿਣਾ ਪਵੇ, ਉਹਦਾ ਇੱਕ ਆਪਣਾ ਦੁੱਖ ਹੈ, ਉਹ ਇੱਕ ਆਪਣੀ ਬਿਪਤਾ। ਸਰੀਰ ਇੰਨੇ ਮਾੜੇ ਕਈ ਵਾਰੀ ਹੋ ਜਾਂਦੇ ਬਿਮਾਰੀ ਦੇ ਨਾਲ ਵੀ ਉਹ ਗਰਮੀ ਦਾ ਇੱਕ ਵੀ ਝਟਕਾ ਨਹੀਂ ਝੱਲ ਸਕਦਾ। ਉਸੇ ਵੇਲੇ ਕੋਈ ਨਾ ਕੋਈ ਬਿਪਤਾ ਲੱਗ ਜਾਏਗੀ, ਕਿਸੇ ਦਾ BP ਵੱਧ ਗਿਆ, ਕਿਸੇ ਦਾ ਘਟ ਗਿਆ, ਕਿਸੇ ਨੂੰ ਕੁਝ ਹੋ ਗਿਆ। ਅੱਤ ਗਰਮੀ ਦੇ ਵਿੱਚ ਧੁੱਪੇ ਬਹਿਣਾ ਪਵੇ, ਇਹ ਵੀ ਇੱਕ ਦਰਦ ਪੀੜਾ ਹੈ। ਅੱਤ ਠੰਡ ਦੇ ਵਿੱਚ ਕਿਤੇ ਬਹਿਣਾ ਪਵੇ, ਕੱਪੜੇ ਉਤਾਰ ਕੇ ਠੰਡੀ ਥਾਂ 'ਤੇ, ਬਰਫ਼ ਪਈ ਹੋਵੇ, ਠੰਡਾ ਮੌਸਮ ਹੋਵੇ ਤੇ ਬੈਠਣਾ ਪਵੇ, ਤੇ ਉਹ ਠੰਡ ਦਾ ਇੱਕ ਵੱਖਰਾ ਦੁੱਖ ਹੈ। ਇਹ ਦੁੱਖ ਨੇ, ਗਰਮੀ ਦਾ ਦੁੱਖ ਆਪਣਾ, ਠੰਡ ਦਾ ਆਪਣਾ। ਨਾ ਗਰਮੀ ਨੇ ਸੁੱਖ ਦਿੱਤਾ, ਨਾ ਠੰਡ ਨੇ ਦਿੱਤਾ। ਠੰਡ ਕਰਕੇ ਠਰਿਆ, ਕਈ ਮਹੀਨੇ ਦਵਾਈ ਖਾਂਦਾ ਹੈ, ਕਈ ਕੁਝ ਕਰਦਾ ਹੈ, ਪਰ ਠੰਡ ਨਹੀਂ ਉਤਰੀ ਹੈ, ਸਾਰਾ ਸਿਆਲ ਲੰਘ ਗਿਆ। ਕਹਿਣ ਲੱਗੇ ਗ੍ਰੀਖਮ ਔਰ ਸੀਤ ਬਰਖ, ਇੱਕ ਤੇ ਹੋ ਗਈ ਗਰਮੀ, ਦੂਜੀ ਹੈ ਗੁਰਮੁਖੋ ਠੰਡੀ ਰੁੱਤ, ਤੇ ਤੀਜਾ ਹੈ ਗੁਰਮੁਖੋ ਵਰਖਾ ਹੁੰਦੀ ਹੋਵੇ। ਕਿਤੇ ਅਸੀਂ ਘਰੋਂ ਬਾਹਰ ਹੋਈਏ ਨਾ, ਤੇ ਗਲ ਵਿੱਚ ਕੱਪੜਾ ਨਾ ਕੋਈ ਹੋਵੇ, ਜਾਂ ਥੋੜ੍ਹਾ ਮੋਟਾ ਹੀ ਹੋਵੇ, ਤੇ ਬਹੁਤੀ ਮੀਂਹ ਪਵੇ, ਮੂੰਹ ਦੇ ਉੱਪਰ ਕਣੀਆਂ ਪੈਣ, ਕੱਪੜੇ ਭਿੱਜ ਜਾਣ, ਤੇ ਠੰਡੀ ਹਵਾ ਨਾਲ ਚੱਲੇ, ਤੇ ਉਹ ਬਿਪਤਾ ਵੱਖਰੀ ਹੈ। ਇਹ ਦੁੱਖ ਨੇ ਦੁਨੀਆ ਦੇ। ਜਦੋਂ ਪੈਂਦਾ ਨਾ ਉਦੋਂ ਪਤਾ ਲੱਗਦਾ, ਉਦੋਂ ਆਖੀਦਾ ਵੀ ਆਹ ਦੁੱਖ ਵੱਡਾ ਹੈ। ਜਦੋਂ ਦੂਜਾ ਪੈਂਦਾ ਫਿਰ ਆਖੀਦਾ ਵੀ ਨਹੀਂ, ਇਹ ਉਹਦੇ ਤੋਂ ਵੀ ਵੱਡਾ ਹੈ। ਤੀਜਾ ਦੁੱਖ ਪੈਂਦਾ ਫਿਰ ਕਹੀਦਾ ਇਹ ਉਹਦੇ ਤੋਂ ਵੀ ਵੱਡਾ ਹੈ। ਇਹ ਸਾਰੇ ਦੁੱਖ ਵੱਡੇ ਹੀ ਨੇ। ਗੋ ਦਿਜ ਬਧੂ ਵਿਸਵ ਬੰਸ ਕੋ ਕਾਟ ਹੱਤਿਆ,
ਭਾਵੇਂ ਕੋਈ ਗੋ ਨਾਮ ਗਊ ਦਾ ਹੈ, ਕੋਈ ਗਊ ਦੀ ਹੱਤਿਆ ਕਰੇ, ਇਹ ਵੀ ਇੱਕ ਪਾਪ ਹੈ। ਜਾਂ ਕੋਈ ਬ੍ਰਾਹਮਣ ਨੂੰ ਮਾਰ ਦੇਵੇ, ਕਹਿਣ ਲੱਗੇ ਵੀ ਇਹ ਵੀ ਪਾਪ ਹੈ। ਤੇ ਗੁਰਮੁਖੋ ਬਧੂ ਨਾਮ ਇਸਤਰੀ ਦਾ ਹੈ। ਕੁਝ ਲੋਕ ਇਸਤਰੀ ਦਾ ਕਤਲ ਕਰ ਦਿੰਦੇ, ਕੋਈ ਤੇ ਜਨਮ ਵੇਲੇ ਹੀ ਟੈਸਟ ਕਰਵਾ ਕੇ ਹੀ ਮਾਰ ਦਿੰਦੇ ਵੀ ਇਹ ਪੈਦਾ ਹੀ ਨਾ ਹੋਵੇ, ਇਹਨੂੰ ਪਾਲਣਾ ਪਵੇਗਾ, ਸਾਂਭਣਾ ਪਵੇਗਾ, ਦਾਜ ਦੇਣਾ ਪਵੇਗਾ ਤੇ ਵਿਆਹੁਣਾ ਪਵੇਗਾ, ਇੰਨਾ ਕੁਝ ਕਰਨਾ ਪਵੇਗਾ, ਇਹਦਾ ਮੂਲ ਮੁੱਦਾ ਹੀ ਖਤਮ ਕਰ ਦਿਓ। ਕਈਆਂ ਨੇ ਜਨਮ ਤੋਂ ਪਹਿਲਾਂ ਮਾਰ ਦਿੱਤਾ, ਕਈਆਂ ਨੇ ਜਨਮ ਦੇ ਕੇ ਮਾਰ ਦਿੱਤਾ। ਤੇ ਸਾਡੇ ਸੰਸਾਰ ਵਿੱਚ ਕੁਝ ਸ਼ੈਤਾਨੀ ਲੋਕ ਉਹ ਵੀ ਨੇ, ਸ਼ੈਤਾਨ ਦੀ ਔਲਾਦ, ਜਿਹੜੇ ਵਿਆਹ ਕੇ ਲੈ ਗਏ, ਘਰੇ ਲਿਜਾ ਕੇ ਦਾਜ ਦੀ ਮੰਗ ਕਰਦਿਆਂ ਮਾਰ ਦਿੱਤਾ। ਸਤਿਗੁਰੂ ਕਹਿਣ ਲੱਗੇ ਕੋਈ ਬ੍ਰਾਹਮਣ ਦੀ ਹੱਤਿਆ ਕਰਦਾ ਹੈ, ਇਸੇ ਤਰ੍ਹਾਂ ਕੋਈ ਗਊ ਦੀ ਹੱਤਿਆ ਕਰਦਾ ਹੈ, ਕੋਈ ਇਸਤਰੀ ਦੀ ਹੱਤਿਆ ਕਰਦਾ ਹੈ। ਤੇ ਕਈ ਜਿਹੜੇ ਨੇ ਵਿਸ਼ਵਾਸਘਾਤ ਕਰਦੇ ਨੇ। ਵਿਸ਼ਵਾਸ ਪਹਿਲਾਂ ਲੈ ਲੈਣਾ, ਵਿਸ਼ਵਾਸ ਪਹਿਲਾਂ ਦਵਾ ਦੇਣਾ, ਫਿਰ ਵਿਸ਼ਵਾਸ ਤੋਂ ਮਗਰੋਂ ਵੇਖਿਆ ਵੀ ਇਹ ਬੰਦਾ ਸਾਡੇ ਜਾਲ ਵਿੱਚ ਫਸ ਗਿਆ, ਫਿਰ ਉਹਦਾ ਨੁਕਸਾਨ ਕਰਨਾ, ਇਹ ਵੀ ਇੱਕ ਪਾਪ ਹੈ। ਵਿਸ਼ਵਾਸਘਾਤ ਕਰਨਾ ਬਹੁਤ ਵੱਡਾ ਪਾਪ ਹੈ, ਵਿਸ਼ਵਾਸ ਵਿੱਚ ਲੈ ਕੇ ਉਹਦਾ ਨੁਕਸਾਨ ਕਰਨਾ। ਤੇ ਅੱਜ ਕਲਯੁੱਗ ਵਿੱਚ ਇਹ ਕੁਝ ਹੀ ਹੁੰਦਾ, ਆਪਣੇ ਹੀ ਆਪਣਿਆਂ ਨੂੰ ਕੱਟਣ ਵਾਸਤੇ ਲੱਗੇ ਹੋਏ। ਕੰਪਨੀਆਂ ਚੱਲਦੀਆਂ ਨਾ, ਕਈ ਤਰ੍ਹਾਂ ਦੇ ਆਉਂਦੀਆਂ ਵਸਤੂਆਂ ਆਉਂਦੀਆਂ, ਤੇ ਤੁਸੀਂ ਆਪਣੇ ਖਾਨਦਾਨ ਪਰਿਵਾਰ ਵਿੱਚ ਨਿਗਾਹ ਮਾਰੋ, ਸਾਡੇ ਕੋਈ ਰਿਸ਼ਤੇਦਾਰ ਹੀ ਹੋਵੇਗਾ ਜਿਹੜਾ ਆਖੇਗਾ ਵੀ ਆਹ ਚੀਜ਼ ਤੂੰ ਲੈ ਲਾ, ਮੈਂ ਲਈ ਹੈ, ਬੜੀ ਚੰਗੀ ਹੈ, ਉਹ ਆਪਣੇ ਰਿਸ਼ਤੇਦਾਰਾਂ 'ਚ ਹੀ ਵੇਚਣ ਦਾ ਯਤਨ ਕਰੇਗਾ। ਹੁਣ ਰਿਸ਼ਤੇਦਾਰ ਨੇ ਵਿਸ਼ਵਾਸ ਕਰ ਲਿਆ ਵੀ ਇਹ ਮੇਰਾ ਰਿਸ਼ਤੇਦਾਰ ਹੈ, ਮੇਰੇ ਨਾਲ ਘਾਟਾ ਨਹੀਂ ਕਰੇਗਾ, ਪਰ ਰਿਸ਼ਤੇਦਾਰ ਨੇ ਕੀ ਵੇਖਿਆ ਵੀ ਮੈਂ ਤੇ ਆਪਣੀਆਂ ਚੀਜ਼ਾਂ ਵੇਚਣੀਆਂ, ਘਾਟਾ ਪੈਂਦਾ ਪਵੇ ਨਾ ਪੈਂਦਾ ਨਾ ਪਵੇ, ਇਹਦਾ ਨੁਕਸਾਨ ਹੋਵੇ ਇਹਦਾ ਲਾਭ ਹੋਵੇ, ਮੈਨੂੰ ਕੋਈ ਨਹੀਂ, ਮੈਂ ਆਪਣਾ ਕੰਮ ਕਰਨਾ, ਜਿੰਨਾ ਮੈਨੂੰ ਟੀਚਾ ਦਿੱਤਾ ਗਿਆ, ਟਾਰਗੇਟ ਦਿੱਤਾ ਗਿਆ, ਮੈਂ ਉਹਨਾਂ ਪੂਰਾ ਕਰਨਾ ਹੈ। ਕਹਿਣ ਲੱਗੇ ਵਿਸ਼ਵਾਸਘਾਤ ਕਰਨਾ, ਕੋਟ ਹੱਤਿਆ, ਇੱਕ ਨਹੀਂ ਕਈ ਤਰ੍ਹਾਂ ਦੀਆਂ ਹੱਤਿਆ ਕਰ ਦੇਵੇ। ਤ੍ਰਿਸ਼ਨਾ ਅਨੇਕ ਦੁੱਖ, ਦੋਖ ਬਸ ਗਾਤ ਹੈ, ਤ੍ਰਿਸ਼ਨਾ ਦੇ ਕਾਰਨ ਦੋਖ ਕਮਾਵੇ, ਦੁੱਖਾਂ ਨੂੰ ਕਰੇ, ਦੁੱਖਾਂ ਨੂੰ ਦੇਣ ਦੀਆਂ ਗੱਲਾਂ ਕਰੇ। ਇਹ ਸਭ ਕੁਝ ਹੀ ਕਹਿੰਦੇ ਸਰੀਰ ਦੇ ਉੱਪਰ ਹੰਢਾ ਲਵੇ। ਜਿੰਨੇ ਦੁੱਖ ਆਪਾਂ ਗਿਣੇ ਨੇ ਸਾਰੇ ਇੱਕ ਪਾਸੇ ਹੋ ਜਾਣ, ਤੇ ਦੂਜੇ ਪਾਸੇ ਕਹਿਣ ਲੱਗੇ ਅਨਕ ਪ੍ਰਕਾਰ ਜੋਰ ਸਕਲ ਸੰਸਾਰ। ਕਹਿਣ ਲੱਗੇ ਸਾਰੇ ਸੰਸਾਰ ਦੀਆਂ ਅਨੇਕ ਪ੍ਰਕਾਰ ਦੀਆਂ ਜਿਹੜੀਆਂ ਪੀੜਾ ਆਪਾਂ ਗਿਣੀਆਂ ਨੇ, ਸੋਧ ਪੀ ਕੇ ਵਿਸ਼ੋਹ ਪਲ ਏਕ ਨਾ ਪੁਜਾਤ ਹੈ। ਜਿਹੜਾ ਪਤੀ ਦਾ ਵਿਛੋੜਾ ਪੈ ਗਿਆ ਨਾ, ਉਸ ਵਿਛੋੜੇ ਦੇ ਬਰਾਬਰ ਇਹ ਵਸਤੂਆਂ ਇੱਕ ਮਾਇਨਾ ਵੀ ਨਹੀਂ ਰੱਖਦੀਆਂ। ਭਾਵੇਂ ਕਿ ਗਰਮੀ ਵਿੱਚ ਬੈਠਣ ਦਾ ਬੜਾ ਦੁੱਖ ਹੈ, ਠੰਡ ਵਿੱਚ ਬੈਠਣ ਦਾ ਬਿਨਾਂ ਕੱਪੜਿਆਂ ਤੋਂ ਬੜਾ ਦੁੱਖ ਹੈ, ਮੀਂਹ ਵਿੱਚ ਭਿੱਜਣ ਦਾ ਵੱਖਰਾ ਦੁੱਖ ਹੈ, ਚਮੜੀ ਸੜ ਜਾਵੇ, ਕੋਈ ਪਾਣੀ ਵਿੱਚ ਡੁੱਬ ਜਾਵੇ, ਕਿਸੇ ਨੂੰ ਸੱਪ ਕੱਟ ਲਵੇ, ਇਹ ਦੁੱਖ ਤੇ ਸਾਰੇ ਹੀ ਬੜੇ ਵੱਡੇ ਮੰਨੇ ਨੇ। ਪਰ ਕਹਿਣ ਲੱਗੇ ਸਾਰੇ ਦੁੱਖ ਇੱਕ ਪਾਸੇ ਰੱਖ ਦਈਏ ਤੇ ਦੂਜੇ ਪਾਸੇ ਵਿਛੋੜੇ ਦੀ ਪੀੜਾ ਰੱਖ ਦਈਏ। ਵਿਛੋੜੇ ਦੀ ਪੀੜਾ ਵਰਗਾ ਕੋਈ ਦੁੱਖ ਹੈ ਹੀ ਨਹੀਂ ਦੁਨੀਆ। ਮਹਾਰਾਜ ਜੀਆਂ ਨੇ ਬਚਨ ਲਿਖਿਆ ਨਾ, ਕਹਿਣ ਲੱਗੇ ਭਾਈ ਬਚਨ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਨਾ, ਮਹਾਰਾਜ ਦੁੱਖ ਦੱਸੋ ਵੀ ਕਿਹੜੇ ਕਿਹੜੇ, ਸਤਿਗੁਰਾਂ ਨੇ ਸਭ ਤੋਂ ਪਹਿਲਾਂ ਜਿਹੜਾ ਦੁੱਖ ਕਿਹਾ ਉਹ ਇਹ ਦੁੱਖ ਆਖਿਆ, ਦੁੱਖ ਵਿਛੋੜਾ। ਵਿਛੜਨ ਦਾ ਦੁੱਖ ਸਭ ਤੋਂ ਵੱਡਾ ਹੈ। ਜਦੋਂ ਮਾਂ ਦੇ ਨਾਲੋਂ ਪੁੱਤਰ ਵਿਛੜਦਾ ਨਾ, ਦੂਰ ਹੁੰਦਾ, ਤੇ ਗੁਰਮੁਖੋ ਇੱਕ ਪਾਸੇ ਗਰਮੀ ਹੋਵੇ, ਇੱਕ ਪਾਸੇ ਠੰਡ ਹੋਵੇ, ਇੱਕ ਪਾਸੇ ਸਾਰਾ ਕੁਝ ਹੀ ਹੋਵੇ, ਤੇ ਇੱਕ ਪਾਸੇ ਮਾਂ ਦੇ ਨਾਲੋਂ ਪੁੱਤਰ ਨਿਖੜਦਾ ਪਿਆ, ਉਹ ਬਾਕੀ ਤੇ ਦੁੱਖ ਨਿੱਕੇ ਹੀ ਮਾਂ ਨੂੰ ਲੱਗਣਗੇ, ਪੁੱਤਰ ਨਾਲੋਂ ਵਿਛੜਨਾ ਇਹ ਸਭ ਤੋਂ ਵੱਡਾ ਲੱਗੇਗਾ। ਪਤੀ ਪਤਨੀ ਨਾਲੋਂ ਦੂਰ ਹੁੰਦੀ ਹੈ, ਵਿਛੜਦੀ ਹੈ, ਕੋਈ ਕੰਮ ਪੈ ਜਾਵੇ, ਪਤੀ ਨੂੰ ਪਰਦੇਸ ਜਾਣਾ ਪਵੇ, ਵਿਦੇਸ਼ ਜਾਣਾ ਪਵੇ। ਇੱਕ ਪਾਸੇ ਦੁੱਖ ਗਿਣੇ ਜਿਹੜੇ ਆਪਾਂ ਹੁਣੇ ਸੁਣੇ, ਇੱਕ ਪਾਸੇ ਉਹਨਾਂ ਦੇ ਆਪਦੇ ਵਿਛੋੜੇ ਦਾ ਦੁੱਖ ਹੈ, ਪਰ ਉਹ ਵਿਛੋੜੇ ਦਾ ਦੁੱਖ ਸਭ ਤੋਂ ਭਾਰੀ ਮੰਨਿਆ ਜਾਵੇਗਾ, ਸਭ ਤੋਂ ਵਜ਼ਨਦਾਰ ਮੰਨਿਆ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਆਪਣੇ ਪਿਆਰੇ ਬਿਨਾਂ ਤੇ ਇੱਕ ਪਲ ਵੀ ਰਹਿਣਾ ਔਖਾ। ਤਾਂ ਹੀ ਆਖਿਆ ਨਾ,
ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵਿਛੋੜੇ ਦੇ ਦੁੱਖ ਨੂੰ ਲਿਖਿਆ। ਬੈਠੇ ਨੇ ਲਾਹੌਰ ਦੀ ਧਰਤੀ ਤੇ। ਜ਼ਰੂਰੀ ਇਹ ਨਹੀਂ ਹੈ ਵੀ ਆ ਜਿਹੜਾ ਦੁਨੀਆ ਦਾ ਪ੍ਰੇਮ ਤੁਰਿਆ ਫਿਰਦਾ, ਆਪਾਂ ਇਹਦੀ ਗੱਲ ਕਰਦੇ ਪਰ ਸੱਚੇ ਪ੍ਰੇਮ ਦੀ ਗੱਲ ਹੈ। ਤੇ ਸੱਚਾ ਪ੍ਰੇਮ ਗੁਰੂ ਨਾਲ ਵੀ ਹੁੰਦਾ, ਮਾਂ ਬਾਪ ਨਾਲ ਵੀ ਹੋ ਜਾਂਦਾ, ਭੈਣਾਂ ਭਰਾਵਾਂ ਦੇ ਨਾਲ ਵੀ ਹੁੰਦਾ। ਸੱਚਾ ਪਿਆਰ ਜਿਹੜਾ ਹੈ, ਪਰ ਜਿਨ੍ਹਾਂ ਨੂੰ ਸੱਚਾ ਪਿਆਰ ਹੋ ਗਿਆ ਨਾ, ਉਹ ਕਹਿਣ ਲੱਗੇ ਵੀ ਜੇ ਇੱਕ ਘੜੀ ਨਹੀਂ ਜੇ ਤੁਸੀਂ ਮਿਲਦੇ ਤੇ ਸਾਡੇ ਵਾਸਤੇ ਤੇ ਕਲਯੁਗ ਆ ਜਾਂਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ, ਇਹ ਬਚਨ ਨੇ ਮਹਾਰਾਜ। ਸਤਿਗੁਰੂ ਪਾਤਸ਼ਾਹ ਇੱਥੇ ਕਹਿਣ ਲੱਗੇ, ਗੋਪਾਲ ਤੇਰਾ ਆਰਤਾ, ਅਸੀਂ ਤੇਰਾ ਆਰਤਾ ਕਰਦੇ ਹਾਂ। ਬਚਨ ਕਰਕੇ ਚੁੱਪ ਕਰ ਗਏ। ਭਗਵਾਨ ਨੇ ਪੁੱਛਿਆ ਚੁੱਪ ਕਿਉਂ ਕਰ ਗਏ? ਕਹਿਣ ਲੱਗੇ, ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੁਹਾਡੀ ਭਗਤੀ ਕਰਦੇ ਨੇ, ਤਿਨ ਕੇ ਕਾਜ ਸਵਾਰਤਾ, ਕੀ ਤੁਸੀਂ ਉਹਨਾਂ ਦੇ ਸਾਰੇ ਕਾਜ ਸਵਾਰ ਦਿੰਦੇ ਹੋ? ਇਹ ਹੈ ਪ੍ਰੇਮ ਦੀ ਗੱਲ। ਜਿਹੜਾ ਪ੍ਰੇਮ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਮੁੱਖ ਰੱਖ ਕੇ ਆਖਿਆ, ਇਹ ਘੜੀ ਨਾ ਮਿਲਤੇ। ਉਹੀ ਪ੍ਰੇਮ ਦੀ ਗੱਲ ਇੱਥੇ ਹੋ ਰਹੀ ਹੈ, ਜਿਸ ਪ੍ਰੇਮ ਨੂੰ ਲਿਖਿਆ ਕਿ ਦੁਨੀਆ ਵਿੱਚ ਵਿਛੋੜਾ ਪੈ ਜਾਵੇ, ਇਹਦੇ ਵਰਗਾ ਦੁੱਖ ਕੋਈ ਨਹੀਂ। ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਹੈ। ਉਸ ਗੱਲ ਨੂੰ ਜ਼ਾਹਰ ਕੀਤਾ ਭਗਤ ਧੰਨਾ ਜੀ। ਕਹਿਣ ਲੱਗੇ, ਪਰਮਾਤਮਾ ਜਿਹੜੇ ਭਗਤੀ ਕਰਦੇ ਹੋ, ਤੇਰਾ ਕਾਰਜ ਤੂੰ ਉਹਨਾਂ ਦੇ ਸਵਾਰ ਦਿੰਦਾ। ਭਗਵਾਨ ਜੀ ਕਹਿਣ ਲੱਗੇ, ਬਿਲਕੁਲ ਠੀਕ, ਅਸੀਂ ਕਾਰਜ ਸਵਾਰਦੇ ਹਾਂ। ਫਿਰ ਕਹਿਣ ਲੱਗੇ, ਮੇਰੀਆਂ ਵੀ ਕੁਝ ਮੰਗਾਂ ਨੇ, ਮੇਰੀਆਂ ਵੀ ਕੁਝ ਜ਼ਰੂਰਤਾਂ ਨੇ, ਜਿਵੇਂ ਦੂਜੇ ਭਗਤਾਂ ਨੇ ਮੰਗੀਆਂ। ਖਾਟ ਮਾਂਗੋ ਚੌਪਾਈ, ਸਿਰਹਾਨਾ ਅਵਰਤ ਲਾਈ, ਉਪਰ ਕੋ ਮਾਂਗੋ ਖੀਦਾ, ਤੇਰੀ ਭਗਤ ਕਰੈ ਜਨ ਥੀਦਾ। ਮੈਂ ਨਾਹੀ ਕੀਤਾ ਲੱਭੋ ਇੱਕ ਨਾਉ, ਤੇਰਾ ਮੈਂ ਫੱਬੋ, ਕਹੋ ਕਬੀਰ ਮਨ ਮਾਨਿਆ ਮਨ ਮਾਨਿਆ। ਇਹ ਬਚਨ ਉਹਨਾਂ ਨੇ ਲਿਖੇ। ਖਾਟ ਮੰਗੋ, ਖਾਟ ਨਾਮ ਖਟੀਆ ਮੰਜਾ, ਮੈਨੂੰ ਮੰਜਾ ਚਾਹੀਦਾ। ਖਾਟ ਮੰਗੋ ਚੌਪਾਈ, ਚੌਪਾਈ ਤੋਂ ਭਾਵ ਕਿ ਚਾਰ ਪਾਵਿਆਂ ਵਾਲੀ। ਇਹ ਨਾ ਹੋਵੇ ਇੱਕ ਪਾਵਾ ਹੀ ਟੁੱਟਾ ਹੋਵੇ, ਉਹ ਮੰਜੀ ਦਾ ਕੀ ਕਰਨਾ। ਜਾਂ ਮੰਜੀ ਨੂੰ ਕਾਣੋ ਪਈ ਹੋਵੇ, ਇੱਕ ਪਾਵਾ ਤਾਂ ਇੱਕ ਠਾਂ ਜਾਂਦਾ, ਐਸੀ ਮੰਜੀ ਨਹੀਂ। ਮੰਜੀ ਬਰੋਬਰ ਹੋਣੀ ਚਾਹੀਦੀ, ਚੰਗੀ ਹੋਣੀ ਚੀਜ਼। ਖਾਟ ਮੰਗੋ ਚੌਪਾਈ, ਸਿਰਹਾਨਾ ਅਵਰਤ ਲਾਈ, ਸਿਰ ਥੱਲੇ ਸਿਰਹਾਣਾ ਹੋਵੇ, ਸੌਣ ਵਾਸਤੇ ਤਲਾਈ ਵੀ ਵਿਛੀ ਹੋਵੇ, ਵਾਨ ਨਾ ਚੁਭੇ। ਸਿਰਹਾਨਾ ਅਵਰਤ ਲਾਈ, ਉੱਪਰ ਕੋ ਮੰਗੋ ਖੀਂਦਾ, ਖੀਂਦਾ ਤੋਂ ਭਾਵ ਖੇਸ। ਜਦੋਂ ਲੰਮੇ ਪਵਾਂ ਉੱਪਰ ਖੇਸ ਲੈ ਲਵਾਂ, ਮੱਖੀ ਮੱਛਰ ਨਾ ਲੜੇ, ਮੈਂ ਆਪਣੇ ਤਨ ਨੂੰ ਢੱਕ ਕੇ ਸੌਂ ਲਵਾਂ। ਤੇਰੀ ਭਗਤ ਕਰੈ ਜਨ ਥੀਂਦਾ, ਮੈਂ ਨਾ ਹੀ ਕੀਤਾ ਲੱਭੋ। ਭਗਵਾਨ ਜੀ, ਮੈਂ ਲੋਭ ਨਹੀਂ ਕੀਤਾ ਵੀ ਤੁਸੀਂ ਆਖੋ ਇੰਨੀਆਂ ਚੀਜ਼ਾਂ ਮੰਗ ਲਈਆਂ ਤੇ ਜ਼ਰੂਰਤਾਂ ਨੇ, ਤੇ ਜ਼ਰੂਰਤਾਂ ਤੇ ਤੁਹਾਡੇ ਕੋਲੋਂ ਹੀ ਪੂਰੀਆਂ ਕਰਨੀਆਂ। ਉੱਥੇ ਫਿਰ ਭਗਤ ਧੰਨਾ ਜੀ ਨੇ ਬਚਨ ਜਨਾਇਆ। ਕਹਿਣ ਲੱਗੇ, ਜੀ ਇਹ ਬਚਨ ਆਇਆ ਵੀ ਜਿਹੜੇ ਤੁਹਾਡੇ ਕੰਮ ਭਗਤੀ ਦੇ ਕਰਦੇ ਨੇ ਤੁਹਾਡੇ ਪਿਆਰੇ, ਤੁਸੀਂ ਉਹਨਾਂ ਦੇ ਕੰਮ ਸਵਾਰਦੇ ਹੋ। ਭਗਵਾਨ ਜੀ ਕਹਿਣ ਲੱਗੇ, ਬਿਲਕੁਲ ਸਵਾਰਦੇ ਹਾਂ। ਤੇ ਫਿਰ ਭਗਤ ਧੰਨਾ ਜੀ ਆਪਣੀਆਂ ਮੰਗਾਂ ਰੱਖਦੇ ਹਨ। ਰਹਾਉ ਦਾਲ ਸੀਦਾ ਮੰਗੋ ਕਿਓ। ਕਹਿਣ ਲੱਗੇ, ਇੱਕ ਤੇ ਸਾਨੂੰ ਦਾਲ ਚਾਹੀਦੀ ਹੈ। ਜਦੋਂ ਅਸੀਂ ਭੋਜਨ ਪ੍ਰਸ਼ਾਦਾ ਬਣਾਵਾਂਗੇ ਤੇ ਰੋਟੀ ਖਾਣੀ ਕਾਹਦੇ ਨਾਲ? ਸਭ ਤੋਂ ਨਰੋਇਆ ਭੋਜਨ, ਨਰੋਈ ਵਸਤੂ ਜਿਹੜੀ ਹੈ ਉਹ ਦਾਲ ਮੰਨੀ ਗਈ ਹੈ। ਜਦੋਂ ਆਪਾਂ ਢਿੱਲੇ ਮੱਠੇ ਹੋ ਜਾਈਏ ਤੇ ਵੈਦ ਵੀ ਇਹ ਗੱਲ ਕਹਿੰਦਾ ਵੀ ਦਾਲ ਬਣਾ ਕੇ ਤੇ ਉਹਨੂੰ ਖਾ ਲਾ, ਦਾਲ ਨਾਲ ਚੌਲ ਖਾ ਲਾ, ਖਿਚੜੀ ਖਾ ਲਾ। ਦਾਲ ਨੂੰ ਸਭ ਤੋਂ ਵਧੀਆ ਭੋਜਨ ਮੰਨਿਆ ਗਿਆ। ਕਹਿਣ ਲੱਗੇ ਵੀ ਇੱਕ ਤੇ ਮੈਨੂੰ ਦਾਲ ਦੇ ਦਿਓ, ਤੇ ਦੂਜਾ ਬਚਨ ਉਹਨਾਂ ਨੇ ਲਿਖਿਆ ਦਾਲ ਸੀਧਾ। ਸੀਧਾ ਕਹਿੰਦੇ ਗੁਰਮੁਖੋ ਆਟੇ ਨੂੰ। ਇੱਕ ਆਟਾ ਹੋਣਾ ਚਾਹੀਦਾ, ਆਟੇ ਦੇ ਪ੍ਰਸ਼ਾਦੇ ਬਣਨਗੇ। ਦਾਲ ਸੀਧਾ ਮੰਗੋ ਘਿਓ, ਫਿਰ ਘਿਓ ਵੀ ਹੋਣਾ ਚਾਹੀਦਾ, ਘਰ ਦਾ ਵਧੀਆ ਬਣਿਆ ਹੋਵੇ, ਜਿਹਦੇ ਨਾਲ ਦਾਲ ਨੂੰ ਵੀ ਤੜਕਾ ਲੱਗੇ, ਜਿਹਦੇ ਨਾਲ ਪ੍ਰਸ਼ਾਦੇ ਵੀ ਚੁੱਪੜੇ ਜਾਣ। ਇਹ ਮੇਰੀਆਂ ਜ਼ਰੂਰਤਾਂ ਨੇ ਨਿਤਾ ਪ੍ਰਤੀ ਦੀਆਂ, ਰੋਜ਼ ਦੀਆਂ। ਭਗਤੀ ਤੇ ਤਾਂ ਹੀ ਕਰਾਂਗਾ ਨਾ ਜੇ ਲੋੜਾਂ ਪੂਰੀਆਂ ਹੋਣ। ਜੇ ਲੋੜਾਂ ਹੀ ਨਾ ਪੂਰੀਆਂ ਹੋਈਆਂ, ਭਗਤੀ ਕਿਵੇਂ ਕਰਾਂਗਾ? ਇਸ ਕਰਕੇ ਕਿਰਪਾ ਕਰੋ, ਦਾਲ ਸੀਧਾ, ਮੈਨੂੰ ਦਾਲ ਦੇ ਦਿਓ, ਸੀਧਾ ਆਟਾ ਦੇ ਦਿਓ, ਮੰਗੋ ਘਿਓ,
ਮੈਂ ਤੁਹਾਡੇ ਕੋਲੋਂ ਘਿਓ ਦੀ ਵੀ ਜਾਚਨਾ ਕਰਦਾ, ਘਿਓ ਵੀ ਮੰਗਦਾ ਹਾਂ। ਹਮਰਾ ਖੁਸ਼ੀ ਕਰੈ ਨਿਤ ਜਿਉ। ਅਤੇ ਫਿਰ ਨਿਤਾ ਪ੍ਰਤੀ ਸਾਡਾ ਮਨ ਖੁਸ਼ ਰਵੇ, ਸਾਨੂੰ ਫਿਕਰ ਨਾ ਰਵੇ ਵੀ ਅੱਜ ਰਾਤ ਨੂੰ ਬਣਾਉਣਾ ਕੀ ਹੈ ਤੇ ਰਾਤ ਨੂੰ ਖਾਣਾ ਕੀ ਹੈ। ਹੁਣ ਮੱਟੀ ਵਿੱਚ ਆਟਾ ਹੋਵੇਗਾ, ਘਰ ਵਿੱਚ ਦਾਲ ਘਿਓ ਪਿਆ ਹੋਵੇਗਾ, ਤਾਂ ਫਿਕਰ ਤੇ ਨਹੀਂ ਨਾ ਵੀ ਰਾਤ ਨੂੰ ਇਹਨੂੰ ਬਣਾ ਹੀ ਲੈਣਾ, ਦਾਲ ਵੀ ਬਣ ਜਾਣੀ ਹੈ, ਪ੍ਰਸ਼ਾਦਾ ਵੀ ਬਣ ਜਾਣਾ। ਜਿਸ ਪ੍ਰਸ਼ਾਦੇ ਨੂੰ ਛਕ ਕੇ ਸਾਡਾ ਮਨ ਨਿਤਾ ਪ੍ਰਤੀ ਖੁਸ਼ ਰਵੇ, ਪ੍ਰਸੰਨ ਰਵੇ। ਇਹ ਭਗਵਾਨ ਜੀ ਐਸੀਆਂ ਦਾਤਾਂ ਜਿਹੜੀਆਂ ਉਹ ਬਖਸ਼ਿਸ਼ ਕਰਨਾ ਕਰੋ। ਪਨੀਆ ਚਾਦਨੀਕਾ। ਭਗਵਾਨ ਜੀ ਨੇ ਪੁੱਛਿਆ, ਕਹਿਣ ਲੱਗੇ ਭਗਤ ਧੰਨਾ ਜੀ ਹੋਰ ਵੀ ਕੋਈ ਚਾਹੀਦਾ ਤੇ ਹੁਣ ਦੱਸ ਹੀ ਦਿਓ। ਆਪਾਂ ਜਾਂਦੇ ਹਾਂ ਨਾ ਸ਼ਹਿਰ ਨੂੰ ਕੋਈ ਵਸਤੂ ਲੈਣ ਵਾਸਤੇ, ਸੌਦਾ ਲੈਣ, ਗਰੋਸਰੀ ਲੈਣ ਨੂੰ ਜਾਈਦਾ, ਤੇ ਫਿਰ ਆਪਾਂ ਆਖੀਦਾ ਲਿਖ ਦਿਓ ਕਾਗਜ਼ 'ਤੇ, ਜੇ ਹੋਰ ਵੀ ਕੋਈ ਚੀਜ਼ ਚਾਹੀਦੀ ਹੈ ਤਾਂ ਉਹ ਵੀ ਲਿਖ ਦਿਓ। ਹੁਣ ਤੇ ਮੈਂ ਚੱਲਿਆ ਤੇ ਮੈਂ ਲੈ ਆਵਾਂਗਾ। ਭਗਵਾਨ ਜੀ ਨੇ ਉਸ ਵੇਲੇ ਪੁੱਛਿਆ, ਕਹਿਣ ਲੱਗੇ ਧੰਨਾ ਜੀ ਹੁਣ ਮੰਗਣ ਤੇ ਲੱਗੇ ਹੀ ਉਹ, ਤੇ ਹੋਰ ਵੀ ਮੰਗ ਲਓ ਕੀ ਚਾਹੀਦਾ, ਕੱਲ੍ਹ ਨੂੰ ਕੋਈ ਹੋਰ ਨਵੀਂ ਸ਼ਰਤ ਨਾ ਰੱਖ ਦਿਓ ਵੀ ਆਹ ਚਾਹੀਦਾ। ਭਗਤ ਧੰਨਾ ਜੀ ਵੇਖਦੇ ਪਏ ਵੀ ਭਗਵਾਨ ਜੀ ਤੇ ਬੜੇ ਖੁਸ਼ ਹੋਏ ਤੇ ਆਪਣੇ ਆਪ ਹੀ ਕਹਿੰਦੇ ਮੰਗੋ ਕੀ ਚਾਹੀਦਾ। ਤੇ ਫਿਰ ਕਹਿਣ ਲੱਗੇ ਪਨੀਆਂ, ਕਹਿਣ ਲੱਗੇ ਵੀ ਪਨੀਆਂ ਨਾਮ ਗੁਰਮੁਖੋ ਜੁੱਤੀ ਦਾ ਹੈ, ਵੀ ਮੈਨੂੰ ਇੱਕ ਵਧੀਆ ਜੁੱਤੀ ਚਾਹੀਦੀ ਹੈ, ਜਦੋਂ ਮੈਂ ਚੱਲਦਾ ਨਾ ਪੈਰਾਂ ਵਿੱਚ ਕੰਡੇ ਵੱਜਦੇ, ਰੋਡ ਵੱਜਦੇ, ਤੇ ਇੱਕ ਵਧੀਆ ਜੁੱਤੀ ਹੋਵੇ ਤਿੱਲੇਦਾਰ, ਜਿਹਦੀ ਮੁੱਛ ਤਾਂ ਨੂੰ ਹੋਵੇ, ਮੁੜੀ ਹੋਵੇ, ਤੇ ਐਸਾ ਹੀ ਜੁੱਤੀ ਮੈਨੂੰ ਦਿਓ ਵੀ ਮੈਂ ਪਾਵਾਂ ਤੇ ਲੋਕ ਮੇਰੇ ਲਈ ਵੇਖਣ ਵੀ ਹਾਂ ਜੁੱਤੀ ਪਾਈ ਹੈ। ਨਾਲੇ ਮੈਂ ਕੰਡੇ ਤੋਂ ਬਚਾਂ, ਨਾਲੇ ਮੈਂ ਰੋੜਾਂ ਤੋਂ ਬਚ ਜਾਵਾਂ, ਨਾਲੇ ਮੇਰੇ ਪੈਰ ਜਿਹੜੇ ਨੇ ਇਹਨਾਂ ਦੁੱਖਾਂ ਤੋਂ ਬਚ ਜਾਣ। ਮੈਨੂੰ ਪਣੀਆਂ ਕਹੀਏ ਵੀ ਜੁੱਤੀ ਚਾਹੀਦੀ ਹੈ। ਕਹਿਣ ਲੱਗੇ ਠੀਕ ਜੁੱਤੀ ਮਿਲ ਜਾਵੇਗੀ। ਦੂਜਾ ਬਚਨ ਕੀਤਾ ਛਾਦਨ ਨੀਕਾ। ਛਾਦਨ ਤੋਂ ਭਾਵ ਹੁੰਦਾ ਗੁਰਮੁਖੋ ਕੱਪੜਾ ਢੱਕਣ ਵਾਲਾ। ਮੇਰੇ ਤਨ ਨੂੰ ਢੱਕਣ ਵਾਲਾ ਕੱਪੜਾ ਚਾਹੀਦਾ ਹੈ। ਇਹੋ ਜਿਹਾ ਸੁੰਦਰ ਸੋਹਣੇ ਕੱਪੜੇ ਦਿਓ, ਮੈਂ ਆਪਣਾ ਸਰੀਰ ਢੱਕ ਲਵਾਂ, ਜਾਂ ਮੈਂ ਜਦੋਂ ਕਿਤੇ ਸੋਵਾਂ ਮੰਜੇ ਦੇ ਉੱਪਰ ਤੇ ਚਾਦਰ ਵਗੈਰਾ ਉੱਪਰ ਲੈ ਲਵਾਂ। ਐਸੇ ਸੋਹਣੇ ਬਸਤਰ ਮੈਨੂੰ ਉੱਪਰ ਲੈਣ ਵਾਲੇ, ਸੌਣ ਵਾਲੇ, ਆਰਾਮ ਕਰਨ ਵਾਲੇ, ਇਹ ਛਾਦਨ ਕਹੀਏ, ਇਹ ਬਸਤਰ ਦੇ ਦਿਓ। ਪਣੀਆਂ ਛਾਦਨ ਨੀਕਾ। ਪਣੀਆਂ ਨਾਮ ਜੁੱਤੀ ਦਾ, ਛਾਦਨ ਨਾਮ ਕੱਪੜਾ ਢੱਕਣ ਵਾਲਾ, ਇਹ ਸਾਰੀਆਂ ਵਸਤੂਆਂ ਮੈਨੂੰ ਦੇਣਾ ਕਰੋ। ਅਨਾਜ ਮੰਗੋ ਸਤ ਸੀਕਾ। ਜਿਹੜਾ ਤੁਸੀਂ ਮੈਨੂੰ ਅਨਾਜ ਦੇਣਾ ਹੈ, ਉਹ ਅਨਾਜ ਇਸ ਤਰ੍ਹਾਂ ਦਾ ਦੇਣਾ ਹੈ, ਸਤ ਸੀਕਾ। ਵਿਦਵਾਨਾਂ ਨੇ ਸਤ ਦਾ ਅਰਥ ਇੱਥੇ 100 ਕੀਤਾ ਹੈ। 100 ਵਾਰੀ ਹਲ ਨੰਗਾ ਨੰਗਾ ਕੇ, ਹਲ ਵਾਹ ਵਾਹ ਕੇ, ਸੁਹਾਗਾ ਵਾਹ ਵਾਹ ਕੇ ਮਿੱਟੀ ਨੂੰ ਬਿਲਕੁਲ ਬਰੀਕ ਕੀਤਾ ਹੋਵੇ, ਪੋਲਾ ਕੀਤਾ ਹੋਵੇ, ਤੇ ਖੇਤ ਦੀ ਮਿੱਟੀ ਇਸ ਤਰ੍ਹਾਂ ਦੀ ਹੋ ਜਾਵੇ ਜਿਵੇਂ ਆਟਾ ਹੁੰਦਾ। ਵੈਸੇ 100 ਵਾਰੀ ਖੇਤ ਵਾਹਿਆ ਨਹੀਂ ਜਾਂਦਾ। ਜਿਹੜੇ ਲੋਕ ਖੇਤ ਵਾਹੁੰਦੇ ਨਾ, ਉਹ 2-4 ਹੀ ਸੀਆਂ ਲਾਉਂਦੇ, ਤਵੀਆਂ ਦੇ ਨਾਲ, ਹੱਲਾਂ ਦੇ ਨਾਲ, ਜਾਂ ਸੁਹਾਗੇ ਦੇ ਨਾਲ, ਜਾਂ ਉਹ ਰੂਟਾਵੀਟਰ ਦੇ ਅੱਜ ਕੱਲ੍ਹ ਆ ਗਿਆ ਉਹਦੇ ਨਾਲ 2-4 ਹੀ ਸਿਆੜ ਕੱਢੇ ਜਾਂਦੇ, ਸੀਆਂ ਲਾਈਆਂ ਜਾਂਦੀਆਂ ਤੇ ਫਿਰ ਫਸਲ ਬੀਜੀ ਜਾਂਦੀ ਹੈ। ਭਗਤ ਜੀ ਕਹਿਣ ਲੱਗੇ ਵੀ 2-4 ਸੀਆਂ ਵਾਲਾ ਨਹੀਂ ਗੱਲ ਬਣਨਾ, ਮੈਂ 100 ਸੀਆਂ ਲਾਈਆਂ ਹੋਣ, 100 ਵਾਰੀ ਜ਼ਮੀਨ ਨੂੰ ਵਾਹਿਆ ਹੋਵੇ, ਐਸੀ ਪੋਲੀ ਕੀਤੀ ਹੋਵੇ, ਤੇ ਉਹਦੇ ਵਿੱਚ ਅਨਾਜ ਬੀਜਿਆ ਹੋਵੇ, ਤੇ ਮੈਨੂੰ ਉਹ ਚਾਹੀਦਾ। ਤੇ ਭਗਵਾਨ ਜੀ ਪੁੱਛਣ ਲੱਗੇ ਵੀ ਐਸਾ ਅਨਾਜ ਕਿਉਂ ਚਾਹੀਦਾ? ਕਹਿਣ ਲੱਗੇ ਜੀ ਉਹ ਸਵਾਦ ਹੁੰਦਾ ਰੋਟੀ ਖਾਣ ਦੇ ਵਿੱਚ, ਮੈਂ ਛਕਾਂਗਾ ਤੇ ਸਵਾਦ ਆਵੇਗਾ, ਆਨੰਦ ਆਵੇਗਾ। ਅਨਾਜ ਮੰਗੋ ਸਤ ਸੀਕਾ। ਕਹਿਣ ਲੱਗੇ 100 ਸਿਆੜ ਕੱਢ ਕੇ, 100 ਵਾਰੀ ਜ਼ਮੀਨ ਵਾਹ ਕੇ ਉਹਦੇ ਵਿੱਚ ਪੈਦਾ ਕੀਤਾ ਅਨਾਜ, ਉਹ ਆਪ ਜੀ ਮੈਨੂੰ ਦੇਣਾ ਕਰੋ। ਗਊ ਭੈਂਸ ਮੰਗੋ ਲਵੇਰੀ। ਫਿਰ ਮੈਨੂੰ ਦੁੱਧ ਪੀਣ ਵਾਸਤੇ ਇੱਕ ਗਊ ਚਾਹੀਦੀ ਹੈ, ਤੇ ਇੱਕ ਭੈਂਸ ਕਹੀਏ ਮੱਝ ਵੀ ਚਾਹੀਦੀ ਹੈ। ਮੱਝ ਦਾ ਦੁੱਧ ਭਾਰਾ ਹੈ, ਉਹ ਤੋਂ ਮੈਂ ਦਹੀਂ ਵਗੈਰਾ ਬਣਾਵਾਂਗਾ, ਮੱਖਣ ਬਣਾਵਾਂਗਾ, ਲੱਸੀ ਬਣਾ ਲਿਆ ਕਰਾਂਗਾ, ਮੇਰੇ ਅੰਦਰ ਦੀ ਗਰਮੀ ਖਤਮ ਹੋ ਜਾਏਗੀ। ਗਾਂ ਦਾ ਦੁੱਧ ਪਤਲਾ, ਉਹ ਮੈਂ ਪੀ ਲਿਆ ਕਰਾਂਗਾ, ਅਤੇ ਕਈਆਂ ਕੰਮਾਂ ਵਾਸਤੇ ਗਾਂ ਦਾ ਦੁੱਧ ਬੜਾ ਹੀ ਚੰਗਾ, ਅਤੇ ਉਹਦੇ ਨਾਲ ਮੈਂ ਉਹ ਕੰਮ ਕਰ ਲਿਆ ਕਰਾਂਗਾ। ਗਾਂ ਵੀ ਚਾਹੀਦੀ ਹੈ, ਮੱਝ ਵੀ ਚਾਹੀਦੀ ਹੈ, ਪਰ ਚਾਹੀਦੀਆਂ ਦੋਨੇ ਹੀ ਲਵੇਰੀਆਂ ਨੇ। ਲਵੇਰੀਆਂ ਤੋਂ ਭਾਵ ਹੁੰਦਾ ਦੁੱਧ ਦੇਣ ਵਾਲੀਆਂ। ਇੱਕ ਫੰਡਰ ਹੁੰਦੀ ਹੈ ਨਾ, ਜਿਹੜੀ ਚਾਰਾ ਵੀ ਖਾਂਦੀ ਹੈ, ਘਾਹ ਵੀ ਖਾਂਦੀ ਹੈ, ਦਾਣਾ ਵੀ ਖਾਂਦੀ ਹੈ, ਸਭ ਕੁਝ ਖਾਂਦੀ ਹੈ, ਪਰ ਉਹ ਦੁੱਧ ਨਹੀਂ ਦਿੰਦੀ ਹੈ, ਨਾ ਬੱਚੇ ਨੂੰ ਜਨਮ ਦਿੰਦੀ ਹੈ। ਪਰ ਮੈਨੂੰ ਉਹ ਨਹੀਂ ਚਾਹੀਦੀਆਂ ਵੀ ਖਾ ਸਾਰਾ ਕੁਝ ਲੈਣ ਪਰ ਦੁੱਧ ਨਾ ਦੇਣ। ਸਾਨੂੰ ਤੇ ਉਹ ਚਾਹੀਦੀਆਂ ਗਊ ਭੈਂਸ ਮੰਗੋ ਲਾਵੇਰੀ। ਲਵੇਰੀਆਂ ਚਾਹੀਦੀਆਂ ਜਿਹੜੇ ਸਵੇਰੇ ਵੀ ਦੁੱਧ ਦੇਣ, ਸ਼ਾਮ ਨੂੰ ਵੀ ਦੁੱਧ ਦੇਣ। ਐਸੀਆਂ ਗਾਵਾਂ ਤੇ ਮੱਝਾਂ ਦਿਓ
ਕਈਆਂ ਦਾ ਮੈਂ ਦੁੱਧ ਪੀਵਾਂ, ਕਈਆਂ ਦਾ ਦਹੀਂ ਲੱਸੀ ਪੀਣਾ ਕਰਾਂ, ਅਤੇ ਕਈਆਂ ਦੇ ਕੋਲੋਂ ਮੈਂ ਹੋਰ ਆਪਣੇ ਕੰਮ ਜਿਹੜੇ ਨੇ ਐਸੇ ਬਣਾਉਣਾ ਕਰਾਂ। ਐਸੇ ਮੈਨੂੰ ਇਹ ਲਵੇਰੀਆਂ ਜਿਹੜੀਆਂ ਨੇ ਗਊ ਤੇ ਮੱਝਾਂ ਚਾਹੀਦੀਆਂ ਹਨ। ਇੱਕ ਤਾਜਨ ਤੁਰੀ ਚੰਗੇਰੀ। ਜਦੋਂ ਇਹ ਸਭ ਕੁਝ ਮੰਗਿਆ ਤੇ ਉਸ ਵੇਲੇ ਭਗਵਾਨ ਜੀ ਨੇ ਪੁੱਛਿਆ, ਕਹਿਣ ਲੱਗੇ ਹੁਣ ਰਹਿ ਤੇ ਨਹੀਂ ਨਾ ਗਿਆ, ਕੁਝ ਮੰਗ ਲਿਆ ਨਾ ਸਾਰਾ ਕੁਝ, ਹੋਰ ਤੇ ਨਹੀਂ ਨਾ ਹੁਣ ਚਾਹੀਦਾ। ਤੇ ਭਗਤ ਧੰਨਾ ਜੀ ਕਹਿਣ ਲੱਗੇ ਵੀ ਖੜ ਜਾਓ, ਮੈਨੂੰ ਸੋਚ ਤੇ ਲੈਣ ਦਿਓ। ਜੇ ਹੁਣ ਤੁਸੀਂ ਦੇਣ ਹੀ ਲੱਗੇ ਹੋ ਤੇ ਕੋਈ ਵਸਤੂ ਇਹ ਨਾ ਹੋਵੇ ਵੀ ਰਹਿ ਜਾਵੇ ਤੇ ਕੱਲ ਨੂੰ ਸੋਚਾਂ ਵੀ ਆ ਵੀ ਮੰਗਣੀ ਹੈ। ਥੋੜਾ ਸਮਾਂ ਸੋਚਿਆ ਤੇ ਕਹਿਣ ਲੱਗੇ ਵੀ ਇੱਕ ਚੀਜ਼ ਤੇ ਰਹਿ ਗਈ ਹੈ। ਭਗਵਾਨ ਜੀ ਕਹਿਣ ਲੱਗੇ ਉਹ ਕੀ ਹੈ? ਕਹਿੰਦੇ ਵੀ ਇੱਕ ਤਾਜਨ ਤੁਰੀ ਚੰਗੇਰੀ, ਇੱਕ ਤਾਜਨ ਜਾਤੀ ਦੀ ਖੁਰਾਸਾਨੀ ਕਹੀਏ ਘੋੜੀ ਚਾਹੀਦੀ ਹੈ, ਜਿੱਤੇ ਮੈਂ ਬੈਠ ਕੇ ਸਵਾਰੀ ਕਰਾਂ। ਅੱਜ ਆਪਣੇ ਕੋਲ ਮੋਟਰਸਾਈਕਲ ਗੱਡੀਆਂ ਨੇ ਨਾ ਆਉਣ ਜਾਣ ਵਾਸਤੇ, ਉਹਨਾਂ ਸਮਿਆਂ ਵਿੱਚ ਲੋਕ ਊਠ ਰੱਖਦੇ ਘਰ ਦੇ ਵਿੱਚ, ਜਾਂ ਘੋੜੀ ਨੰਬਰਦਾਰ ਵਗੈਰਾ ਰੱਖਿਆ ਕਰਦੇ ਸਨ, ਉੱਤੇ ਚੜ੍ਹ ਕੇ ਜਾਣਾ। ਜਿਹੜੇ ਘੋੜੇ ਸਨ ਇਹ ਰਾਜਿਆਂ ਦੇ ਤਬੇਲਿਆਂ ਵਿੱਚ ਰਹਿੰਦੇ ਸਨ, ਅਤੇ ਘੋੜੀਆਂ ਲੋਕ ਘਰਾਂ ਵਿੱਚ ਰੱਖਦੇ ਸਨ ਆਉਣ ਜਾਣ ਵਾਸਤੇ। ਭਗਤ ਜੀ ਕਹਿਣ ਲੱਗੇ ਵੀ ਮੈਂ ਕਿਹੜਾ ਰਾਜੇ ਦੇ ਕੋਲ ਜਾਣਾ, ਰਾਜੇ ਦੀ ਤਬੇਲੇ ਦੀ ਲੋੜ ਪੈਣੀ ਹੈ, ਮੈਂ ਤਾਂ ਆਪਣੇ ਘਰ ਵਿੱਚ ਰੱਖਣੀ ਹੈ ਆਪਣੇ ਆਉਣ ਜਾਣ ਵਾਸਤੇ। ਇਸ ਕਰਕੇ ਮੈਨੂੰ ਇੱਕ ਤਾਜਨ ਕਹੀਏ ਤਾਜਨ ਜਾਤੀ ਦੀ ਖੁਰਾਸਾਨੀ ਘੋੜੀ ਚਾਹੀਦੀ ਹੈ, ਜਿੱਤੇ ਮੈਂ ਬੈਠ ਕੇ ਪੈਰੀ ਜੁੱਤੀ ਪਾ ਕੇ, ਉੱਪਰ ਦੀ ਸੋਹਣਾ ਕੁੜਤਾ ਪਾ ਕੇ, ਤੇ ਚੰਗੀ ਤਰ੍ਹਾਂ ਘਰੋਂ ਪ੍ਰਸ਼ਾਦਾ ਪਾਣੀ ਛਕ ਕੇ ਮੈਂ ਤੁਰਾਂ ਤੇ ਮੇਰੀ ਟੌਹਰ ਬਣੇ ਤੇ ਲੋਕ ਆਖਣ ਵੀ ਉਹ ਰੱਬ ਦਾ ਭਗਤ ਜਾਂਦਾ ਪਿਆ। ਜਦੋਂ ਮੈਂ ਇਸ ਤਰ੍ਹਾਂ ਦਾ ਬਣ ਕੇ ਨਿਕਲਾਂਗਾ, ਪਰਮਾਤਮਾ ਤੇਰੀ ਵੀ ਸ਼ੋਭਾ ਹੋਵੇਗੀ, ਤੇਰੀ ਵੀ ਵਡਿਆਈ ਹੋਵੇਗੀ। ਇਸ ਕਰਕੇ ਇੱਕ ਤਾਜਨ ਤੁਰੀ ਚੰਗੇਰੀ, ਇੱਕ ਚੰਗੀ ਵਧੀਆ ਘੋੜੀ ਜਿਹੜੀ ਹੈ ਚੰਗੀ ਨਸਲ ਦੀ, ਉਹ ਮੈਨੂੰ ਦੇਣਾ ਕਰ, ਆਉਣ ਜਾਣ ਲੱਗਿਆ ਮੇਰੀ ਸ਼ੋਭਾ ਬਣੇ। ਇਹ ਹੈ ਗੁਰਮੁਖਾਂ ਦੀ ਸੋਚ, ਨਾਮ ਜਪਣ ਵਾਲਿਆਂ ਦੀ। ਪਰ ਕੁਝ ਮਨਮੁਖ ਲੋਕ ਵੀ ਨੇ, ਉਹ ਸੋਚ ਕੇ ਦੂਜੇ ਪਾਸੇ ਨੂੰ ਜਾਂਦੇ ਵੀ ਹਾਂ ਇਹਦੇ ਕੋਲ ਵਸਤੂ ਕਿਉਂ ਆਈ ਹੈ, ਦੂਜੇ ਕੋਲ ਕਿਉਂ ਨਹੀਂ ਪ੍ਰਾਪਤ ਹੋਈ। ਰੋਹ ਵਿਚਾਰ ਇਹ ਵਸਤੂਆਂ ਭਗਤ ਧੰਨਾ ਜੀ ਉਸ ਵੇਲੇ ਮੰਗਦੇ ਹਨ। ਘਰ ਕੀ ਗਿਹਨ ਚੰਗੀ। ਉਸ ਵੇਲੇ ਭਗਵਾਨ ਜੀ ਪੁੱਛਣ ਲੱਗੇ, ਕਹਿਣ ਲੱਗੇ ਵੀ ਹੁਣ ਤੇ ਸਾਰਾ ਕੁਝ ਹੀ ਮਿਲ ਗਿਆ ਨਾ, ਹੁਣ ਤੇ ਕੁਝ ਨਹੀਂ ਨਾ ਚਾਹੀਦਾ। ਘੋੜੀ ਵੀ ਮਿਲ ਗਈ ਹੈ, ਕੱਪੜੇ ਵੀ ਮਿਲ ਗਏ ਨੇ, ਛਕਣ ਛਕਾਉਣ ਦੇ ਪਦਾਰਥ ਮਿਲ ਗਏ, ਘਰ ਬਾਰ ਵੀ ਮਿਲ ਗਿਆ, ਹੁਣ ਤੇ ਸਭ ਕੁਝ ਮਿਲ ਗਿਆ, ਹੁਣ ਤੇ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਗਈਆਂ। ਭਗਤ ਜੀ ਕਹਿਣ ਲੱਗੇ ਨਹੀਂ, ਹਾਲੇ ਵੀ ਇੱਕ ਵਸਤੂ ਰਹਿੰਦੀ ਹੈ। ਭਗਵਾਨ ਜੀ ਹੈਰਾਨ ਹੋ ਕੇ ਪੁੱਛਦੇ, ਕਹਿਣ ਲੱਗੇ ਉਹ ਕਿਹੜੀ ਵਸਤੂ ਆ? ਭਗਤ ਧੰਨਾ ਜੀ ਸਭ ਕੁਝ ਤੇ ਮੰਗ ਲਿਆ, ਐਸੀ ਕਿਹੜੀ ਵਸਤੂ ਆ ਜਿਹੜੀ ਰਹਿ ਗਈ ਹੈ? ਤੇ ਬਚਨ ਕਰਦੇ ਕਹਿਣ ਲੱਗੇ ਘਰ ਕੀ ਗੀਹਨ ਚੰਗੀ, ਘਰ ਦੀ ਜਿਹੜੀ ਗ੍ਰਹਿਣੀ ਹੈ ਨਾ, ਘਰ ਨੂੰ ਸਾਂਭਣ ਵਾਲੀ, ਉਹ ਵੀ ਚੰਗੇ ਸੁਭਾਅ ਦੀ ਮੈਨੂੰ ਦੇ, ਜਿਹਦੇ ਨਾਲ ਮੇਰਾ ਸੰਬੰਧ ਬਣਨਾ, ਜਿਹਦੇ ਨਾਲ ਮੇਰਾ ਰਿਸ਼ਤਾ ਬਣਨਾ ਹੈ। ਉਹ ਜਿਹੜੀ ਘਰ ਦੀ ਲਾਣੇਦਾਰ ਨਹੀਂ ਬਣਨੀ ਹੈ, ਉਹ ਵੀ ਚੰਗੇ ਸੁਭਾਅ ਦੀ ਹੋਵੇ, ਜਿਹਦੇ ਨਾਲ ਇਹ ਘਰ ਤੁਰਨਾ। ਮੈਂ ਘਰ ਦੇ ਵਿੱਚ ਭਾਵੇਂ ਘਿਓ ਵੀ ਰੱਖਿਆ, ਆਟਾ ਵੀ ਰੱਖਿਆ, ਦਾਲ ਵੀ ਰੱਖੀ ਹੈ, ਘੋੜੀ ਵੀ ਲੈ ਆਇਆ, ਘਰ ਵੀ ਬਣਾ ਲਿਆ, ਕੱਪੜੇ ਵੀ ਬਣਾ ਲਏ, ਭਾਂਡੇ ਵੀ ਬਣਾ ਲਿਆ, ਸਭ ਕੁਝ ਬਣਾ ਲਿਆ, ਪਰ ਜੇ ਅੱਗੋਂ ਘਰ ਸਾਂਭਣ ਵਾਲੀ ਨਾ ਹੋਈ ਤੇ ਉਹਨੇ ਤੇ ਸਭ ਕੁਝ ਉਡਾ ਦੇਣਾ ਹੈ। ਇਹੋ ਜਿਹੀ ਸਿਆਣੀ ਜਨਾਨੀ ਦੇ, ਇਸਤਰੀ ਦੇ, ਜਿਹੜੀ ਸਾਰੇ ਘਰ ਨੂੰ ਸਾਂਭ ਲਵੇ, ਸਾਰੀਆਂ ਵਸਤੂਆਂ ਨੂੰ ਸਾਂਭ ਕੇ ਰੱਖੇ। ਇਹਨਾਂ ਦਾਤਾਂ ਦੇ ਵਿੱਚ ਮੈਨੂੰ ਇਹ ਵੀ ਇੱਕ ਦਾਤ ਦਿਓ। ਤੇ ਮਹਾਂਪੁਰਖ ਕਹਿੰਦੇ ਹੁੰਦੇ, ਕਹਿਣ ਲੱਗੇ ਵੀ ਇਹ ਸ਼ਬਦ ਦਾ ਜਿਹੜਾ ਜਾਪ ਕਰਦਾ ਹੈ ਨਾ, ਇਹ ਸ਼ਬਦ ਨੂੰ ਵਾਰ-ਵਾਰ ਜਿਹੜਾ ਜਪਦਾ, ਇਹ ਸ਼ਬਦ ਦਾ ਅਭਿਆਸ ਕਰਦਾ, ਉਹਨੂੰ ਸਾਰੇ ਪਦਾਰਥ ਹੀ ਮਿਲ ਜਾਂਦੇ, ਸਾਰੀਆਂ ਵਸਤੂਆਂ ਨੂੰ ਪ੍ਰਾਪਤ ਕਰ ਦਿੰਦਾ, ਕਿਉਂਕਿ ਇਹਦੇ ਵਿੱਚ ਸਾਰੀਆਂ ਲੋੜਾਂ ਭਗਤ ਧੰਨਾ ਜੀ ਨੇ ਲਿਖੀਆਂ ਨੇ ਸਾਡੀਆਂ। ਜਿਹੜਾ ਇਹ ਸ਼ਬਦ ਦਾ ਜਾਪ ਕਰੇਗਾ ਉਹਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ। ਰੋਹ ਵਿਚਾਰ ਕਹਿਣ ਲੱਗੇ ਵੀ ਇੱਕ ਘਰ ਦੀ ਗ੍ਰਹਿਣੀ ਜਿਹੜੀ ਹੈ ਨਾ, ਉਹ ਚੰਗੀ ਦੇ ਦਿਓ, ਜਿਹੜੀ ਘਰ ਨੂੰ ਸਾਂਭਣਾ ਕਰੇ। ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਬਚਨ ਲਿਖਿਆ, ਕਹਿਣ ਲੱਗੇ ਪਾਣੀ ਕਿਆ ਮੰਗਤ ਪਾਥਰ ਮਾਰਤ, ਨਾਰ ਨਾਹੋ ਘਰ ਨਾ ਹਨ ਆਨੀ। ਦਸਵੇਂ ਪਾਤਸ਼ਾਹ ਨੇ ਇੱਕ ਕਹਾਣੀ ਲਿਖੀ ਆਪਣੇ ਗ੍ਰੰਥ ਦੇ ਵਿੱਚ, ਕਹਿਣ ਲੱਗੇ ਪਤੀ ਬਾਹਰੋਂ ਆਇਆ ਕੰਮ ਕਰਕੇ, ਥੱਕ ਕੇ ਟੁੱਟ ਕੇ ਗਰਮੀ ਦੇ ਵਿੱਚ, ਤੇ ਘਰ ਵਾਲੀ ਇਸਤਰੀ ਜਿਹੜੀ ਉਹ ਪਹਿਲਾਂ ਹੀ ਝਗੜਾ ਕਰਕੇ ਬੈਠੀ ਸੀ, ਕਿਸੇ ਗੱਲ ਤੋਂ ਕੋਈ ਝਗੜਾ, ਤੇ ਉਹ ਸਵੇਰ ਦੀ ਗੁੱਸੇ ਬੈਠੀ ਹੋਈ, ਗੁੱਸੇ ਦੇ ਵਿੱਚ। ਜਦੋਂ ਦੁਪਹਿਰ ਦਾ ਸਮਾਂ ਹੋਇਆ ਤੇ ਉਹਦੇ ਘਰ ਵਾਲਾ ਜਿਹੜਾ ਪਤੀ ਸੀ, ਉਹ ਬਾਹਰੋਂ ਖੇਤਾਂ ਵਿੱਚੋਂ ਕੰਮ ਕਰਕੇ ਆਇਆ, ਤੇ ਉਹਨੇ ਆ ਕੇ ਆਖਿਆ ਮੈਨੂੰ ਪਾਣੀ ਦਾ ਗਲਾਸ ਦੇ, ਪਿਆਸ ਲੱਗੀ, ਮੈਂ ਕੰਮ ਕਰਕੇ ਆਇਆ।
ਜਦੋਂ ਉਹਨੇ ਪਾਣੀ ਮੰਗਿਆ ਤੇ ਕਹਿਣ ਲੱਗੀ, ਇਸਤਰੀ ਨੇ ਇਹ ਤੇ ਵੇਖਿਆ ਨਹੀਂ ਵੀ ਇਹ ਕੰਮ ਕਰਕੇ ਬਾਹਰੋਂ ਥੱਕ ਕੇ ਆਇਆ ਹੈ। ਉਹਨੂੰ ਸਵੇਰ ਦੀ ਗੱਲ ਦਾ ਗੁੱਸਾ। ਪਾਣੀ ਕਹਿ ਮੰਗਤ ਪਾਥਰ ਮਾਰਤ। ਜਦੋਂ ਪਾਣੀ ਮੰਗਿਆ ਤੇ ਉਹਦੇ ਹੱਥ ਵਿੱਚ ਪੱਥਰ ਉੱਥੇ ਪਿਆ ਸੀ, ਇੱਟਾ, ਉਹਨੇ ਚੁੱਕ ਕੇ ਇੱਟਾ ਮਾਰਿਆ ਸਿਰ ਦੇ ਵਿੱਚ। ਲੈ ਪੀ ਲਾ ਪਾਣੀ, ਮੇਰੀ ਕਿਹੜਾ ਜ਼ਰੂਰਤ ਪੂਰੀ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਪਾਣੀ ਕਹਿ ਮੰਗਤ ਪਾਥਰ ਮਾਰਤ। ਮੰਗਿਆ ਪਾਣੀ ਪਰ ਵੱਜਿਆ ਅੱਗੋਂ ਪੱਥਰ। ਨਾਰ ਨਾਹੋਂ ਘਰ ਨਾਹ ਨਿਆਣੀ। ਇਹ ਘਰ ਵਿੱਚ ਇਸਤਰੀ ਲਿਆਂਦੀ ਹੈ ਕਿ ਨਾਹਰ ਨਾਮ ਗੁਰਮੁਖੋ ਸ਼ੇਰਨੀ ਦਾ ਹੈ, ਕਿ ਘਰ ਵਿੱਚ ਸ਼ੇਰਨੀ ਲਿਆਂਦੀ ਹੈ। ਇਹ ਔਰਤ ਲਿਆਂਦੀ ਹੈ ਕਿ ਸ਼ੇਰਨੀ ਲਿਆਂਦੀ ਹੈ ਜਿਹੜੀ ਅੱਗੋਂ ਮਾਰਨ ਨੂੰ ਪੈ ਗਈ ਹੈ। ਇਹ 10ਵੇਂ ਪਾਤਸ਼ਾਹ ਨੇ ਵਾਕਿਆ ਲਿਖਿਆ। ਇੱਥੇ ਭਗਤ ਧੰਨਾ ਜੀ ਕਹਿਣ ਲੱਗੇ, ਘਰ ਕੀ ਗੀਹਨ ਚੰਗੀ। ਪਰਮਾਤਮਾ ਜਿੱਥੇ ਸਾਰੇ ਪਦਾਰਥ ਦਿੱਤੇ, ਉੱਥੇ ਘਰ ਦੀ ਗ੍ਰਹਿਣੀ ਵੀ ਚੰਗੀ ਦੇ, ਘਰ ਨੂੰ ਸਾਂਭਣ ਵਾਲੀ। ਤੇ ਗੁਰਮੁਖੋ ਜੇ ਤੁਹਾਡਾ ਜੀਵਨ ਸਾਥੀ ਚੰਗਾ ਹੈ ਨਾ, ਭਾਵੇਂ ਉਹ ਬੀਬੀ ਹੈ ਤੇ ਭਾਵੇਂ ਉਹ ਸਿੰਘ ਹੈ, ਜਿਹੜੇ ਇੱਕ ਦੂਜੇ ਦੇ ਦੁੱਖ ਨੂੰ ਸਮਝਦੇ ਨੇ, ਇੱਕ ਦੂਜੇ ਦੀ ਲੋੜ ਪੂਰੀ ਕਰਦੇ, ਤੇ ਸਮਝ ਲਓ ਵੀ ਸਭ ਤੋਂ ਵੱਡੀ ਦਾਤ ਤੁਹਾਨੂੰ ਮਿਲੀ ਹੋਈ ਹੈ। ਸਭ ਤੋਂ ਵੱਡੀ ਦਾਤ ਇਹੋ ਹੀ ਹੈ। ਜਿਨ੍ਹਾਂ ਜੀਆਂ ਵਿੱਚ, ਪਰਿਵਾਰਾਂ ਵਿੱਚ ਝਗੜਾ ਬਣਿਆ ਰਹਿੰਦਾ, ਉਹਨਾਂ ਦੀ ਜ਼ਿੰਦਗੀ ਨਰਕ ਬਣੀ ਰਹਿੰਦੀ, ਹਰ ਵੇਲੇ ਦੁੱਖ ਬਣਿਆ ਰਹਿੰਦਾ। ਪਰ ਜਿਹਨੂੰ ਜੀਵਨ ਸਾਥੀ ਚੰਗਾ ਮਿਲਿਆ ਨਾ, ਉਹਦੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ। ਉਹਦੀਆਂ ਲੋੜਾਂ ਇੱਥੇ ਜ਼ਿੰਦਗੀ ਵਿੱਚ ਪੂਰੀਆਂ ਹੁੰਦੀਆਂ। ਭਗਤ ਧੰਨਾ ਜੀ ਨੇ ਵੇਖੋ ਸਾਰੇ ਪਦਾਰਥ ਮੰਗੇ, ਸਭ ਤੋਂ ਅਖੀਰ ਤੇ ਆ ਕੇ ਮੰਗਿਆ, ਸਾਰੇ ਪਦਾਰਥਾਂ ਨੂੰ ਦੇਣ ਵਾਲੇ ਪਰਮਾਤਮਾ, ਮੈਨੂੰ ਘਰ ਵਾਲੀ ਵੀ ਚੰਗੀ ਦਈ, ਜਿਹੜੇ ਸਾਰੀ ਘਰ ਨੂੰ ਸਾਂਭ ਲਵੇ, ਸਾਰੇ ਪਦਾਰਥਾਂ ਦੀ ਸਾਂਭ ਕਰ ਲਵੇ। ਤੇ ਜੇ ਅੱਜ ਸਾਡੇ ਕੋਲ ਮੰਨ ਲਓ ਸਾਰਾ ਕੁਝ ਹੀ ਹੈ ਨਾ, ਮੰਨ ਲਓ ਸਾਡੇ ਕੋਲ ਕੋਠੀ ਵੀ ਹੈ, ਬੰਗਲਾ ਵੀ ਹੈ, ਗੱਡੀ ਮੋਟਰ ਵੀ ਹੈ, ਜਾਣ ਪਛਾਣ ਵੀ ਹੈ, ਧਨ ਰਿਜ਼ਕ ਦੀ ਕਮੀ ਕੋਈ ਨਹੀਂ ਹੈ, ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਰਲਿਆ ਨਹੀਂ, ਉਹ ਜ਼ਿੰਦਗੀ ਸਭ ਕੁਝ ਹੋਣ ਦੇ ਬਾਵਜੂਦ ਵੀ ਕਾਹੇ ਜੋਗੀ ਨਹੀਂ ਹੈ, ਕੁਝ ਨਹੀਂ ਹੈ ਕੋਲ, ਹਰ ਵੇਲੇ ਕਲੇਸ਼ ਬਣਿਆ, ਦੁੱਖ ਬਣਿਆ ਹੈ। ਸੋ ਇਹ ਵੱਡੀ ਦਾਤ ਹੈ ਜਿਹੜੀ ਪ੍ਰਮਾਤਮਾ ਨੇ ਦਿੱਤੀ ਹੈ। ਘਰ ਕੀ ਗੀਹਨ ਚੰਗੀ, ਜਿਹੜੀ ਘਰ ਦੀ ਗ੍ਰਹਿਣੀ ਹੈ ਉਹ ਚੰਗੇ ਸੁਭਾਅ ਦੀ ਦੇਣਾ ਕਰ। ਜਨ ਧਨਾ ਲੈਵਾ ਮੰਗੀ। ਭਗਤ ਧੰਨਾ ਜੀ ਕਹਿਣ ਲੱਗੇ ਵੀ ਇਹ ਸਾਰੀਆਂ ਵਸਤੂਆਂ ਅਸੀਂ ਮੰਗ ਕੇ ਮੰਗੀਆਂ ਤਾਂ ਨੇ, ਤਾਂ ਕਿ ਲੋੜਾਂ ਨੇ। ਗੁਰਮੁਖੋ ਇਹ ਨਹੀਂ ਸਮਝ ਲੈਣਾ ਕਿ ਭਗਤਾਂ ਨੇ ਲਾਲਚ ਕੀਤਾ। ਲਾਲਚ ਹੁੰਦਾ ਸਾਡੇ ਵਰਗੇ ਲੋਕਾਂ ਨੂੰ, ਆ ਵੀ ਮਿਲ ਜਾਵੇ, ਆ ਵੀ ਮਿਲ ਜਾਵੇ। ਭਗਤਾਂ ਨੂੰ ਲਾਲਚ ਕੋਈ ਨਹੀਂ ਹੈ। ਭਗਤਾਂ ਦਾ ਜੀਵਨ ਬੜਾ ਉੱਚਾ ਸੁੱਚਾ ਹੈ, ਉਹ ਤੇ ਆਪ ਰੱਬ ਦਾ ਰੂਪ ਹੋ ਚੁੱਕੇ ਨੇ। ਇਹ ਉਹਨਾਂ ਨੇ ਲਾਲਚ ਨਹੀਂ ਕੀਤਾ, ਇਹ ਜ਼ਿੰਦਗੀ ਦੀਆਂ ਲੋੜਾਂ ਉਹਨਾਂ ਨੇ ਗਿਣਾਈਆਂ ਨੇ ਵੀ ਇਹ ਲੋੜਾਂ ਨੇ। ਤੇ ਭਗਤ ਧੰਨਾ ਜੀ ਨੇ ਪਦਾਰਥਾਂ ਦੀ ਮੰਗ ਕੀਤੀ ਹੈ। ਸੋ ਗੁਰਮੁਖੋ ਇਹ ਸ਼ਬਦ ਆਪਾਂ ਨੂੰ ਭਗਤ ਧੰਨਾ ਜੀ ਨੇ ਬਾਹਰੀ ਪਦਾਰਥਾਂ ਵਾਸਤੇ ਬਖਸ਼ਿਸ਼ ਕੀਤਾ। ਇਸ ਸ਼ਬਦ ਦੇ ਆਪਾਂ ਅੰਤਰੀਵ ਅਰਥ ਵੀ ਸਰਵਣ ਕਰਾਂਗੇ। ਕੱਲ੍ਹ ਦੇ ਦੀਵਾਨ ਦੇ ਵਿੱਚ ਫਿਰ ਇਹ ਸ਼ਬਦ ਆਪਾਂ ਜਿਹੜਾ ਹੈ ਇਸ ਦੀ ਵਿਚਾਰ ਸੁਣਾਂਗੇ ਕਿ ਹੋਰ ਭਗਤ ਜੀ ਨੇ ਕਿਹੜੇ ਕਿਹੜੇ ਬਚਨ ਬਖਸ਼ਿਸ਼ ਕੀਤੇ। ਵਿਚਾਰ ਕਰਦੇ ਹਾਂ। ਭੁੱਲ ਚੁੱਕ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਵੈ ਸਾਹਿਬ ਸਿਓ ਮੇਲ। ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗੀਹਨ ਚੰਗੀ, ਜਨ ਧਨਾ ਲੈਵਾ ਮੰਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।